गोपाल गुर गुर पूरन नारायण है। गुर दयाल समरथ गुर गुर नानक पतत उदाहरण है। जन्म मरण दुहु मह नाही, जन परोपकारी आए। जी दान दे भगति लायन, हर स्यों लैन मिलाए। श्री नानक सुत श्री चंदन, तप तापत दिपत बिलंदम। चौवर छतर तखत दे मालिक साहिब श्री गुरु ग्रंथ साहिब जी की पावन हजूरी विच सज बैठी गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। उदासीन ब्रह्म अखाड़ा मांडी बेहोवा हरियाणे दे इलाके विच आप सरबत संगतां हाजरीन हो। खुद खुदा गुरु नानक देव महाराज अकाल पुरख दे पहले सरगुण स्वरूप पाप नारायण कलाधार जग मह परवरियो। तिन्हां दे फरजंद भगवान श्री चंद जी महाराज जिन्हां नूं याद करदिआं ये महान गुरमत समागम सत्कारयोग महापुरुष बाबा गुरविंदर सिंह जी हुणां वल्लों आप संगत दे सहयोग नाल उलीके गए हन। आओ गुरु नानक साहिब सच्चे पातशाह जी दे फरजंद दे गीत गा के अपने समय नूं सफला करिए। गुरु ग्रंथ साहिब सच्चे पातशाह ने गुरु नानक दी अजमत नूं शख्सियत नूं बयान करदिआं ये अल्फाज प्रगट कीते ने, गुरु नानक देव गोविंद रूप। गुरु नानक साहिब अकाल पुरख दा स्वरूप ने। गुरु नानक चोला है, अकाल पुरख जोत ने। और गुरु नानक साहिब दे परिवार दे विच गोद दे विच खेलण वाला कोई मामूली इंसान नहीं हो सकता। इस करके ही बाणी ने कुल नूं, परिवार नूं, अंश नूं, वंश नूं धन लफ्ज़ दे नाल सत्कार दिता है। धन धन पिता, धन धन कुल, धन धन सो जननी जिन गुर जणिया माए। विद्वान कहते ने हेल टू द मदर, हेल टू द फादर, हेल टू द लिनेज। जय जयकार कर गुरु नानक दे बाप दी, माई दी, फरजंद दी, परिवार दी, सारे दी सारी कुल दी। धन धन गुरु जिन नाम आराध्या, आप तरिया जिनी डिठा तिन्ना लए छड़ाए। ऐसे गुरु नानक दी अंश, ऐसे गुरु नानक दा परिवार जो जगत नूं तारण हारे ने, नजात दिवाउण वाले ने, मुक्ति दे दाते ने। उन्हां दे परिवार दी धन धन कर। भागां वाली माता माता सुलखणी जिहदा संबंध खुद खुदा गुरु नानक साहिब दे नाल जुड़िया। और इस घर दे विच बाबा श्री चंद जी महाराज भादों सुदी 9वीं संमत 1551 नूं आगाज लैंदे ने। पावन धरती सुल्तानपुर दी है। बड़ा सुंदर
ਕਾਵ ਰਚਨਾ ਰਾਹੀਂ ਕਵੀ ਸੰਤੋਖ ਸਿੰਘ ਹੁਣਾਂ ਨੇ ਖਿਆਲ ਪ੍ਰਗਟ ਕੀਤਾ ਹੈ। ਨਾਨਕ ਪ੍ਰਕਾਸ਼ ਦੇ ਬੋਲ ਨੇ, ਨਿਪਜਿਓ ਸ੍ਰੀ ਚੰਦ ਮਹਾ ਸੁਖ ਕੰਦ, ਆਨੰਦ ਬੜਾ ਪਰਵਾਹਾ ਹੁਲਾਸਾ, ਸੁਨ ਤਾਂ ਛਿਨ ਨਾਨਕੀ ਅੰਗ ਨਾ ਮਾਵਤ, ਪਾਵਤ ਆਮੀ ਅਮੀ ਜਿਵ ਪਾਸਾ। ਜਿਵੇਂ ਕਿਸੇ ਪਿਆਸੇ ਨੂੰ ਅੰਮ੍ਰਿਤ ਮਿਲ ਜਾਵੇ ਤੇ ਉਹ ਆਨੰਦਿਤ ਹੁੰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਆਗਾਜ਼ ਹੋਇਆ, ਗੁਰੂ ਨਾਨਕ ਸਾਹਿਬ ਦੇ ਭੈਣ ਬੀਬੀ ਨਾਨਕੀ ਜੀ ਜੋ ਸਿਖਿਆਰਤੀਆਂ ਚੋਂ ਮੁੱਖ ਸਿਖਿਆਰਤੀ ਨੇ, ਵਿਦਿਆਰਥੀ ਨੇ, ਗੁਰਾਂ ਦੇ ਸਿੱਖ ਨੇ, ਇਉਂ ਪ੍ਰਸੰਨ ਹੋਏ ਨੇ ਜਿਵੇਂ ਪਿਆਸੇ ਨੂੰ ਅੰਮ੍ਰਿਤ ਮਿਲ ਜਾਂਦਾ ਹੈ। ਐਸੀ ਬੁਲੰਦ ਹਸਤੀ ਹੈ ਬਾਬਾ ਸ਼੍ਰੀ ਚੰਦ ਦੀ, ਜਿਸ ਨੂੰ ਬਿਆਨ ਕਰਦਿਆਂ ਬਾਣੀ ਕਹਿੰਦੀ ਹੈ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ, ਸੱਚਾ ਅਮਰ ਸੱਚੀ ਪਾਤ ਸਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ, ਪੱਖਾ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਣ ਪੀਸ, ਕਮਾਵਾ ਨਾਨਕ ਕੀ ਪ੍ਰਭ ਪਾਸ, ਬੇਨੰਤੀ ਤੇਰੇ ਜਨ ਦੇਖਣ ਪਾਵਾ। ਮੁਕਤ ਰੂਹਾਂ ਦੁਨੀਆ ਤੇ ਉਧਾਰ ਕਰਨ ਆਉਂਦੀਆਂ ਨੇ, ਕਰਮਗਤ ਦੀਆਂ ਬੱਝੀਆਂ ਸਜ਼ਾ ਭੋਗਣ ਨਹੀਂ ਆਉਂਦੀਆਂ, ਪਰਉਪਕਾਰ ਲਈ ਆਉਂਦੀਆਂ ਨੇ। ਐਸੇ ਮਹਾਪੁਰਸ਼ ਬਾਬਾ ਸ਼੍ਰੀ ਚੰਦ ਹੋਏ, ਜਿਨ੍ਹਾਂ ਦੇ ਅਲਫਾਜ਼ ਅੰਬਰਾ ਪਦ ਰੱਖਦੇ ਨੇ, ਜਿਨ੍ਹਾਂ ਦੇ ਅਲਫਾਜ਼ ਪੱਥਰ ਤੇ ਲਖੀਰ ਨੇ, ਜਿਨ੍ਹਾਂ ਕੋਲ ਰਿੱਧੀਆਂ ਸਿੱਧੀਆਂ ਨੱਚਦੀਆਂ ਫਿਰਦੀਆਂ ਨੇ, ਕਦਮਬੋਸੀ ਕਰਦੀਆਂ ਨੇ। ਐਸੇ ਮਹਾਪੁਰਸ਼ਾਂ ਦੇ ਦਰ ਤੇ ਸੇਵਾ ਕਰਨ ਵਾਲੇ ਨਜ਼ਾਤ ਪਾਉਂਦੇ ਨੇ, ਔਰ ਵੱਡੇ ਭਾਗ ਉਹਨਾਂ ਸਿਖਿਆਰਥੀਆਂ ਦੇ, ਸੇਵਾਦਾਰਾਂ ਦੇ, ਜਿਨ੍ਹਾਂ ਨੂੰ ਐਸਾ ਮਹਾਪੁਰਸ਼, ਐਸਾ ਮੁਰਸ਼ਦ ਮਿਲ ਜਾਵੇ। ਮਹਾਪੁਰਸ਼ ਬਾਬਾ ਸ਼੍ਰੀ ਚੰਦ ਜੀ ਦੇ ਪਿਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਸਿੱਖੀ ਦਾ ਆਗਾਜ਼ ਕੀਤਾ, ਪੰਜਵੇਂ ਜਾਮੇ ਦੇ ਬੋਲ ਨੇ ਨਾ ਉਹਨਾਂ ਦੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਨਾ ਸਿੱਖ ਗਾਇਤਰੀ ਪੜ੍ਹਦਾ ਹੈ, ਨਾ ਕਲਮਾ ਪੜ੍ਹਦਾ ਹੈ, ਨਾ ਹਿੰਦੂ ਹੈ, ਨਾ ਮੁਸਲਮਾਨ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਸਿੱਖ ਧਰਮ ਦਾ ਆਗਾਜ਼ ਕੀਤਾ, ਜੋ ਸਭਨਾ ਦਾ ਪੁਰਾਣ ਸਰੂਪ ਪਰਮੇਸ਼ਵਰ ਹੈ, ਸਿੱਖ ਉਹਦੇ ਗੀਤ ਗਾਉਂਦਾ ਹੈ। ਔਰ ਉਸ ਉੱਚੇ ਦੇ ਗੀਤ ਗਾਉਣ ਵਾਲੇ ਦਾ ਧਰਮ ਵੀ ਉੱਚਾ। ਮਹਾਰਾਜ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਾਣੀ ਦਾ ਫਰਮਾਨ ਹੈ, ਇਹੋ ਅਹੇਰਾ ਕੀਨੋ ਦਾਨੋ, ਨਾਨਕ ਕੈ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਦੇ ਘਰ ਵਡਿਆਈ ਉਹਦੀ ਜੋ ਨਾਮ ਨਾਲ ਜੁੜ ਗਿਆ, ਜਿਹਨੇ ਚੌਂਕੜਾ ਲਾਇਆ, ਸਹਿਜ ਸਮਾਧ ਵਿੱਚ ਉਤਰ ਗਿਆ। ਗੁਰੂ ਨਾਨਕ ਸਾਹਿਬ ਨੇ ਬਚਪਨ ਵਿੱਚ ਬਾਬਾ ਸ਼੍ਰੀ ਚੰਦ ਵੱਲ ਨਜ਼ਰ ਮਾਰੀ ਤੇ ਇਉਂ ਸਮਝ ਪਈ ਉਹਨਾਂ ਨੂੰ ਵੀ ਇਹ ਸੰਸਾਰ ਵੱਲੋਂ ਕਿਨਾਰਾ ਕਰਦੇ ਨੇ, ਇਹਨਾਂ ਦੀ ਬਿਰਤੀ ਅੰਤਰਮੁਖੀ ਹੈ। ਸੋ ਬਹੁਤਾ ਸੰਸਾਰ ਦੇ ਕਰਮ ਵੱਲ ਨੂੰ ਪ੍ਰੇਰਿਆ ਹੀ ਨਾ ਗੁਰੂ ਨਾਨਕ ਸਾਹਿਬ ਨੇ ਆਪਣੇ ਫਰਜ਼ੰਦ ਨੂੰ। ਬ੍ਰਹਮ ਵੇਤਿਆਂ ਲਈ ਬਾਣੀ ਵੀ ਇਹੀ ਗੱਲ ਕਹਿੰਦੀ ਹੈ, ਕਹਿੰਦੇ ਸੰਸਾਰ ਦੇ ਧੰਦਿਆਂ ਤੋਂ ਉਪਰਾਮ ਰਹਿੰਦੇ ਨੇ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ। ਨਾਮ ਦੇ ਆਸਰੇ ਮਨ ਨੂੰ ਬੰਨ੍ਹ ਲੈਂਦਾ ਹੈ, ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਦੇ ਨਾਲ ਬ੍ਰਹਮ ਵੇਤਾ ਜੋੜ ਲੈਂਦਾ ਹੈ, ਦੁਨਿਆਵੀ ਧੰਦਿਆਂ ਵਿੱਚੋਂ ਖਚਤ ਨਹੀਂ ਰਹਿੰਦਾ। ਭਾਈ ਸਾਹਿਬ ਭਾਈ ਨੰਦ ਲਾਲ ਨੂੰ ਸਿੱਖਾਂ ਨੇ ਪੁੱਛਿਆ, ਮਹਾਂਪੁਰਸ਼ੋ ਇਹ ਸਵਾਸ ਕਾਹਦੇ ਲਈ ਮਿਲੇ ਨੇ, ਜੀਵਨ ਕਾਹਦੇ ਲਈ ਮਿਲਿਆ ਹੈ, ਸੰਸਾਰ ਨਾਲ ਜੁੜਨ ਲਈ ਜਾਂ ਨਿਰੰਕਾਰ ਦੇ ਨਾਲ ਜੁੜਨ ਲਈ? ਤੇ ਭਾਈ ਨੰਦ ਲਾਲ ਨੇ ਪਰਸ਼ੀਅਨ ਵਿੱਚ ਗਜ਼ਲ ਪ੍ਰਗਟ ਕੀਤੀ, ਵਾਏ ਬਰ ਨਫਸੇ ਕੇ ਬੇਹੂਦੇ ਗੁਜਸ਼ਤ।
ਅਲਗਿਆਸ ਅਸ ਗਫਲ ਤੇ ਮਾ ਅਲਗਿਆਸ। ਭਾਈ ਨੰਦ ਲਾਲ ਕਹਿੰਦੇ ਇਹ ਜੀਵਨ ਪਰਮੇਸ਼ਵਰ ਦੇ ਗੀਤ ਗਾਉਣ ਲਈ ਮਿਲਿਆ। ਸਾਹ ਸਫਲੇ ਉਹਦੇ ਗੀਤ ਗਾਇਆਂ ਨੇ, ਕਿਤੇ ਇੱਕ ਵੀ ਸਾਹ ਸੰਸਾਰ ਨਾਲ ਜੁੜਿਆਂ ਲੰਘ ਜਾਵੇ, ਨਿਰੰਕਾਰ ਨੂੰ ਯਾਦ ਨਾ ਕਰੇ ਤੇ ਮੈਂ ਬੜਾ ਪਛਤਾਪ ਕਰਦਾ ਹੈ, ਮੈਨੂੰ ਬੜਾ ਪਛਤਾਵਾ ਹੁੰਦਾ ਹੈ। ਅਲਗਿਆਸ, ਮੈਂ ਦੁਹਾਈ ਦਿੰਨਾ ਵੀ ਮੇਰਾ ਇੱਕ ਸਾਹ ਵਿਅਰਥ ਚਲਿਆ ਗਿਆ ਹੈ। ਜਿਹੜੇ ਮਹਾਤਮਾ ਨੇ ਸੰਸਾਰ ਵੱਲ ਜੁੜ ਜਾਣ ਤੇ ਸਮਝਦੇ ਨੇ ਇਹ ਜੀਵਨ ਅਜਾਈ ਜਾ ਰਿਹਾ ਹੈ। ਨਿਰੰਕਾਰ ਨਾਲ ਜੁੜਨ, ਗੀਤ ਗਾਉਣ, ਚੌਂਕੜਾ ਲਾਉਣ, ਸਹਿਜ ਸਮਾਧ ਵਿੱਚ ਲੀਨ ਰਹਿਣ, ਪਰਮੇਸ਼ਵਰ ਦੇ ਹੇਤ ਨਾਲ ਜੁੜੇ ਰਹਿਣ, ਉਹ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਗਿਣਦੇ ਨੇ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਇੱਕ ਅਕਾਲ ਪੁਰਖ ਨਾਲ ਹੀ ਪ੍ਰੇਮ ਕਰਦਾ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ, ਇੱਕੇ ਨਾਲ ਹੀ ਪ੍ਰੇਮ ਹੈ ਉਸਨੂੰ, ਉਹ ਹੈ ਅਕਾਲ ਪੁਰਖ। ਦੂਸਰੀ ਕੋਈ ਪਕੜ ਉਹਦੇ ਜ਼ਿਹਨ ਵਿੱਚ ਨਹੀਂ ਹੁੰਦੀ। ਬੜੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਤਿਪੁਰਸ਼ਾਂ ਦੀ ਕੀਰਤੀ ਦੀਆਂ ਬਾਤਾਂ ਗਾਈਆਂ ਨੇ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਔਰ ਜਿਹੜੇ ਸਾਧੂ ਸੰਤ ਬ੍ਰਹਮ ਵੇਤੇ ਨੇ ਨਾ, ਸਹਿਜ ਵਿੱਚ ਚੌਂਕੜਾ ਲਾਉਂਦੇ ਨੇ, ਸ਼ਾਂਤੀ ਵਿੱਚ ਚੌਂਕੜਾ ਲਾਉਂਦੇ ਨੇ, ਗਿਆਨ ਵਿੱਚ ਚੌਂਕੜਾ ਲਾਉਂਦੇ ਨੇ। ਔਰ ਜਿਹੜਾ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਬੈਠ ਜਾਂਦਾ ਹੈ, ਉਹ ਭਵਸਾਗਰ ਤੋਂ ਪਾਰ ਹੁੰਦਾ ਹੈ। ਇਨ ਦਾ ਕੰਪਨੀ ਆਫ ਦਾ ਸੇਂਟਸ ਯੂ ਵਿਲ ਬੀ ਸੇਵਡ। ਉਹ ਮਹਾਂਪੁਰਸ਼ਾਂ ਦੀ ਕਦਮਬੋਸੀ ਕਰ ਕਹਿੰਦੇ ਭਵਸਾਗਰ ਤੋਂ ਤਰੇਗਾ। ਬ੍ਰਹਮ ਵੇਤਿਆਂ ਨਾਲ ਚੌਂਕੜਾ ਲਾ, ਤੇਰੇ ਰੋਗ ਸੋਗ ਮਿਟਣਗੇ। ਐਸੀ ਬੁਲੰਦ ਹਸਤੀ ਹੈ ਬ੍ਰਹਮ ਵੇਤਿਆਂ ਦੀ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਬ੍ਰਹਮ ਗਿਆਨੀ ਆਪ ਨਿਰੰਕਾਰ ਪਰਮੇਸ਼ਵਰ ਦਾ ਸਾਗਰ ਦਾ ਰੂਪ ਨੇ। ਸੰਤ ਬ੍ਰਹਮ ਵੇਤੇ ਤੇ ਸਾਗਰ ਦਾ ਅੰਤ ਨਹੀਂ ਕੋਈ ਪਾ ਸਕਦਾ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ, ਸਹਿਜ ਸਮਾਧੀ ਦੇ ਵਿੱਚ ਲੀਨ ਰਹਿਣ ਲੱਗ ਪਏ ਬਾਬਾ ਸ਼੍ਰੀ ਚੰਦ। ਉਪਦੇਸ਼ ਲਿਆ ਬਾਪੂ ਨਾਨਕ ਨਿਰੰਕਾਰੀ ਕੋਲੋਂ। ਹਾਟ ਪਟਣ ਘਰ ਗੁਰੂ ਦਿਖਾਇਆ, ਸਹਜੇ ਸੱਚ ਵਾਪਾਰੋ, ਖੰਡਿਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਐਸੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਫਰਜ਼ੰਦ ਤੇ ਕਰ ਦਿੱਤੀ। ਨੀਂਦ ਨੂੰ ਜਿੱਤ ਲਿਆ ਬਾਬਾ ਸ਼੍ਰੀ ਚੰਦ ਨੇ। ਅਕਾਲ ਪੁਰਖ ਦੇ ਗੀਤ ਗਾਉਣ ਵਿੱਚ ਹੀ ਸਾਰਾ ਸਮਾਂ ਬਤੀਤ ਕਰਦੇ ਨੇ। ਥੋੜਾ ਆਹਾਰ ਲੈਣਾ, ਥੋੜਾ ਛਕਣਾ, ਸਰੀਰ ਚੱਲਦਾ ਰਵੇ। ਔਰ ਕਈ ਵਾਰ ਤੇ ਕਈ ਦਿਨ ਸਹਿਜ ਸਮਾਧੀ ਵਿੱਚ, ਸ਼ੂਨਿਆ ਸਮਾਧ ਵਿੱਚ ਲੀਨ ਰਹਿਣਾ, ਤਨ ਦਾ ਖਿਆਲ ਛੱਡ ਦੇਣਾ। ਜਦੋਂ ਉਸ ਮਹਾਪੁਰਸ਼ ਦੇ ਜੀਵਨ ਵਿੱਚ ਉਸ ਪਾਵਨ ਸਥਾਨ ਬਾਬਤ ਪੜ੍ਹਦੇ ਹੋ ਨਾ, ਜਿਹਦਾ ਨਾਮ ਬਾਰਠ ਸਾਹਿਬ ਹੈ ਪਠਾਨਕੋਟ ਦੇ ਇਲਾਕੇ ਵਿੱਚ, ਉਹ ਐਵੇਂ ਬਾਰਠ ਲਫ਼ਜ਼ ਉਸ ਸਥਾਨ ਦੇ ਨਾਲ ਨਹੀਂ ਜੁੜਿਆ। 62 ਸਾਲ ਉੱਥੇ ਬੰਦਗੀ ਕੀਤੀ ਹੈ ਬਾਬਾ ਸ਼੍ਰੀ ਚੰਦ ਨੇ। ਗੁਰੂ ਨਾਨਕ ਸਾਹਿਬ ਤੋਂ ਥਾਪੜਾ ਲੈ ਕਰਕੇ। ਉਹ ਉਜਾੜ ਸੀ, ਉੱਥੇ ਸੰਘਣਾ ਜੰਗਲ ਸੀ, ਚੌਂਕੜਾ ਲਾ ਕੇ ਬੈਠੇ ਨੇ। ਹੁਣ ਇੱਕ ਦਿਨ ਮਹਾਂਪੁਰਸ਼ਾਂ ਨੇ ਅੰਦਰੋਂ ਫੁਰਨਾ ਪ੍ਰਗਟ ਕੀਤਾ ਵੀ ਪੰਜਵੇਂ ਗੁਰੂ ਨਾਨਕ, ਖੁਦ ਖੁਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਦਾਰੇ ਕਰਨ ਨੂੰ ਚਿੱਤ ਕਰਦਾ ਹੈ। ਆ ਕੇ ਉਹ ਦਰਸ਼ਨ ਦੇਣ। ਆਪਣੇ ਪਿਆਰੇ ਸੇਵਕ ਨੂੰ ਭਾਈ ਕਮਲੀਏ ਨੂੰ ਅੰਮ੍ਰਿਤਸਰ ਭੇਜਿਆ। ਮਹਾਰਾਜ ਨੂੰ ਜਾ ਕੇ ਉਹਨਾਂ ਬੇਨਤੀ ਕੀਤੀ, ਸੰਗਤਾਂ ਨੂੰ ਦੀਦਾਰੇ ਬਖਸ਼ ਕੇ ਸਮਾਂ ਕੱਢ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਸ ਪਾਵਨ ਧਰਤੀ ਤੇ ਬਾਰਠ ਸਾਹਿਬ ਗਏ ਨੇ। ਜਿੰਨੇ ਸਮੇਂ ਨੂੰ ਮਹਾਰਾਜ ਉੱਥੇ ਪਹੁੰਚੇ ਤੇ ਬਾਬਾ ਸ਼੍ਰੀ ਚੰਦ ਦੀ ਸਮਾਧੀ ਵਿੱਚ ਜਾ ਚੁੱਕੇ ਸਨ। ਮਹਾਰਾਜ ਨੂੰ ਸੇਵਕਾਂ ਨੇ ਪੁੱਛਿਆ, ਜੀ ਬੇਨਤੀ ਕਰੀਏ, ਉਠਾਈਏ? ਪਾਤਸ਼ਾਹ ਕਹਿੰਦੇ ਨਹੀਂ, ਉਹਨਾਂ ਦਾ ਆਨੰਦ ਖੰਡਿਤ ਨਹੀਂ ਕਰਨਾ, ਮੈਂ ਚੌਂਕੜਾ ਲੱਗਾ ਰਹਿਣ ਦਿਓ। ਜਿਸ ਦਿਨ ਸਹਿਜ ਸਮਾਧੀ ਤੋਂ ਸੁਤੇ ਸਿੱਧ ਬਾਹਰ ਹੋਣਗੇ, ਉਦਣ ਮਿਲਾਂਗੇ। ਉਹਨਾਂ ਸਮਾਂ ਇਸ ਇਲਾਕੇ ਵਿੱਚ ਸੰਗਤਾਂ ਨੂੰ ਤਾਰਦੇ ਆ। ਇਤਿਹਾਸ ਦੇ ਇਹ ਬੋਲ ਨੇ ਵੀ ਉਹ ਮਹਾਪੁਰਸ਼ 6 ਮਹੀਨੇ ਚੌਂਕੜਾ ਲਾ ਕੇ ਬੈਠਾ ਰਿਹਾ। ਗੱਲ ਰਾਸਾਏ ਦੀ ਹੈ।
ਤੈਨੂੰ ਮਾਇਆ ਚੋਂ ਆਉਂਦਾ ਹੈ ਤੇ 24 ਘੰਟੇ ਅੱਠੋ ਪਹਿਰ ਦੁਕਾਨ ਖੋਲ ਕੇ ਡਾਲਰ ਗਿਣੀ ਜਾਣਾ ਹੈ। ਘਰ ਵਾਲੀ ਚੋਂ ਰਸ ਆਉਂਦਾ ਹੈ, ਬੀਬੀ ਦੇ ਗੋਡੇ ਨਾਲ ਜੁੜ ਕੇ ਬੈਠਾ ਰਹਿੰਦਾ ਹੈ, ਰਾਤ ਦਿਨ ਇੱਕ ਕਰ ਦਿੰਦਾ ਹੈ, ਬਚਨ ਬਲਾਸ ਕਰਦਾ। ਕਈ ਨਿਆਣੇ ਹੀ ਚੱਟੀ ਜਾਂਦੇ ਨੇ, ਬੱਚਿਆਂ ਚੋਂ ਰਸ ਆਏ ਦੀ ਬਾਤ ਹੈ। ਸਾਧਾਂ ਨੂੰ ਰਸ ਆਉਂਦਾ ਹੈ ਚੌਂਕੜੇ ਚੋਂ, ਤੇ ਜਿੱਥੋਂ ਰਸ ਆਵੇ ਫਿਰ ਉੱਥੇ ਸਮੇਂ ਦੀ ਮਿਣਤੀ ਗਿਣਤੀ ਇਹ ਹੱਦ ਨਹੀਂ ਰਹਿੰਦੀ ਜਦੋਂ ਜੁੜ ਜਾਵੇ ਬੰਦਾ। ਮੱਛੀ ਪਾਣੀ ਨੂੰ ਨਹੀਂ ਛੱਡ ਸਕਦੀ, ਸਾਧ ਬਾਣੀ ਨੂੰ ਨਹੀਂ ਛੱਡ ਸਕਦਾ। ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਹੈਨ ਮਹਾਂਪੁਰਸ਼ ਜਿਹੜੇ ਸਹਿਜ ਸਮਾਧੀ ਵਿੱਚ ਲੀਨ ਹੋ ਜਾਂਦੇ ਨੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ। ਵੈਸੇ ਮਨ ਨਹੀਂ ਜੁੜਦਾ। ਸਾਨੂੰ ਤੇ ਜਪਜੀ ਸਾਹਿਬ ਕਰਨ ਨੂੰ ਕੋਈ ਕਵੇ, ਕੋਈ 8-10 ਮਿੰਟਾਂ ਵਿੱਚ ਆਪਾਂ ਪਾਠ ਉਹ ਕਰਦੇ ਆਂ ਪ੍ਰੇਮ ਦੇ ਨਾਲ, 35-36 ਵਾਰ ਚੌਂਕੜਾ ਪਲਟਦੇ ਆਂ। ਕਦੇ ਫੋਨ ਚੱਕ ਲਈਦਾ, ਕਦੇ ਕਿਸੇ ਨੂੰ ਆਵਾਜ਼ ਦੇਈਦੀ ਹੈ। ਨੇਤਰ ਚੰਚਲ ਨੇ, ਮਨ ਚੰਚਲ ਹੈ, ਤਨ ਵੇਖਣ ਨੂੰ ਟਿਕਿਆ ਹੈ, ਮਨ ਦੀ ਉਡਾਰੀ ਕਿਧਰੇ ਹੋਰ ਹੈ। ਇਹ ਬਗਲ ਸਮਾਧੀ ਹੈ। ਸਾਧ ਲਾਉਂਦੇ ਨੇ ਸਹਿਜ ਸਮਾਧ, ਜਿੱਥੇ ਤਨ ਟਿਕ ਗਿਆ ਉੱਥੇ ਮਨ ਟਿਕ ਗਿਆ। ਲੱਗੇਗੀ ਉਹਨਾਂ ਦੀ ਸਮਾਧੀ ਜਿਨ੍ਹਾਂ ਨੂੰ ਥਾਪੜਾ ਗੁਰੂ ਨਾਨਕ ਦਾ ਹੈ, ਗੁਰ ਪੂਰੇ ਕੇ ਚਰਨ ਮਨ ਬੁੱਠੇ, ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੇ ਚਰਨ ਸਮਾ ਗਏ, ਸਹਿਜ ਸਮਾਧ ਵਿੱਚ ਉਹ ਗਏ ਨੇ, ਰਸ ਉਹਨਾਂ ਨੂੰ ਸਮਾਧੀ ਚੋਂ ਆਇਆ ਹੈ, ਲਿਵ ਉਹਨਾਂ ਦੀ ਅੰਤਰ ਵਿਦ ਹੋਈ ਹੈ, ਅੰਤਰ ਧਿਆਨ ਉਹ ਹੋਏ ਨੇ। ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਧ ਲਗਾਵਣਿਆ। ਜਿਨ੍ਹਾਂ ਦਾ ਗੁਰੂ ਵੱਲ ਮੁਖ ਹੈ, ਗੁਰੂ ਦੇ ਹੁਕਮ ਵਿੱਚ ਨੇ, ਉਹ ਸਹਿਜ ਸਮਾਧੀ ਲਾਉਂਦੇ ਨੇ। ਸੁਨ ਸਮਾਧ ਨਾਮ ਰਸ ਮਾਤੇ, ਓਤ ਪੋਤ ਜਨ ਹਰ ਰਸ ਰਾਤੇ। ਸਹਿਜ ਸਮਾਧ ਵਾਲੇ ਮਹਾਤਮਾ ਇਉਂ ਰੱਬ ਨਾਲ ਇਕਮਿਕ ਹੋ ਜਾਂਦੇ ਨੇ ਜਿਵੇਂ ਧਾਗੇ ਨਾਲ ਧਾਗਾ ਸੂਤ ਵਿੱਚ ਮਿਲਿਆ ਹੁੰਦਾ ਹੈ ਨਾ, ਐਸੀ ਉਹਨਾਂ ਦੀ ਨੇੜਤਾ ਹੈ ਪਰਮੇਸ਼ਵਰ ਦੇ ਨਾਲ। ਬਾਬਾ ਬੈਠਾ ਚੌਂਕੜਾ ਲਾ ਕੇ 6 ਮਹੀਨੇ ਗਏ ਨੇ ਲੰਘ। ਗੁਰੂ ਅਰਜਨ ਸਾਹਿਬ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਨੇ, ਸੰਗਤਾਂ ਨੂੰ ਤਾਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਨਕ ਗੁਰ ਮਿਲ ਭਏ ਨਿਹਾਲ। ਜਿਹੜਾ ਪੂਰੇ ਗੁਰੂ ਨਾਨਕ ਨੂੰ, ਗੁਰੂ ਅਰਜਨ ਨੂੰ ਮਿਲ ਪਿਆ, ਮੁਰਾਦਬੰਦ ਹੋ ਗਿਆ। ਨਿਹਾਲ ਪਰਸ਼ੀਅਨ ਦਾ ਲਫ਼ਜ਼ ਹੈ, ਫਾਰਸੀ ਦਾ, ਆਪਾਂ ਪੰਜਾਬੀ ਵਿੱਚ ਵਰਤਦੇ ਆ, ਹਰ ਮੁਰਾਦ ਪੂਰੀ ਹੋ ਜਾਣੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨਿਹਾਲ ਕਰ ਰਹੇ ਸਨ ਸੰਗਤਾਂ ਨੂੰ। ਸਮਾਧੀ ਚੋਂ ਬਾਹਰ ਆਏ ਬਾਬਾ ਸ਼੍ਰੀ ਚੰਦ ਜੀ। ਗੁਰੂ ਅਰਜਨ ਸਾਹਿਬ ਨਾਲ ਮਿਲਾਪ ਹੋਇਆ, ਬੜੇ ਪ੍ਰਸੰਨ ਨੇ ਵੀ ਸਾਡੇ ਲਈ ਗੁਰੂ ਅਰਜਨ ਸਾਹਿਬ ਇੱਥੇ 6 ਮਹੀਨੇ ਰਹੇ, ਇਸ ਰੂਹੇ ਜ਼ਮੀਨ ਦੇ ਉੱਤੇ ਰਹੇ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬੜਾ ਅਦਬ ਕੀਤਾ। ਇੱਕ ਤੇ ਗੁਰੂ ਵੰਸ਼ ਹੈ, ਇਹ ਕਾਰਨ ਹੈ। ਦੂਸਰਾ ਸਮਾਧੀ ਲੀਨ ਮਹਾਤਮਾ ਨੇ। ਜਿਹੜਾ ਪਰਮੇਸ਼ਵਰ ਦੇ ਗੀਤ ਗਾਵੇ ਉਹ ਰੱਬ ਦਾ ਹੀ ਰੂਪ ਹੁੰਦਾ ਹੈ। ਮੈਂ ਤੁਹਾਨੂੰ ਵਾਰ-ਵਾਰ ਇਹ ਦੁਹਰਾਉਂਦਾ ਰਹੂੰਗਾ ਕਿਉਂਕਿ ਸੁਚੇਤ ਰਹੋ। ਅੱਜ ਕੱਲ ਬੜੀ ਨਿੰਦਾ ਗੁਰੂ ਵੰਸ਼ ਦੀ ਨਿੰਦਕ ਲੋਕ ਕਰਦੇ ਨੇ। ਅਦਬ ਕੀਤਾ ਗਿਆ, ਕਾਰਨ ਕੀ ਹੈ? ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਇਹ ਪੰਕਤੀਆਂ ਨੂੰ ਯਾਦ ਰੱਖਿਆ ਕਰੋ। ਇੱਥੇ ਹੀ ਬਸ ਨਹੀਂ, ਜਿੱਥੇ ਗੁਰੂ ਅਰਜਨ ਸਾਹਿਬ ਅਦਬ ਹਿਤੇਨਾ ਸਮਾਂ ਬਾਬਾ ਸ਼੍ਰੀ ਚੰਦ ਜੀ ਨਾਲ ਮਿਲਾਪ ਕਰਨ ਲਈ ਉਡੀਕ ਕਰਦੇ ਨੇ, ਐਸਾ ਅਦਬ ਕਰਦੇ ਨੇ, ਉੱਥੇ ਕਦੇ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਬਾਬਾ ਸ਼੍ਰੀ ਚੰਦ ਦੇ ਮਿਲਾਪ ਦਾ ਜਿਹੜਾ ਸਮਾਂ ਹੈ ਨਾ, ਉਹਨੂੰ ਜਾਣਨ ਦਾ ਯਤਨ ਕਰਿਓ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਸ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਦੀ ਪਾਵਨ ਰੂਹੇ ਜ਼ਮੀਨ ਤੇ ਆਏ, ਗੁਰੂ ਕੇ ਚੱਕ ਪਹੁੰਚੇ। ਔਰ ਇੱਕ ਸਿਧਾਂਤ ਸਾਨੂੰ ਗੁਰਾਂ ਨੇ ਬਖਸ਼ਿਆ ਹੈ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਫਾਰਸੀ ਦੇ ਬੋਲ ਨੇ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਬਣ ਜਾ ਸਿੱਖਾ, ਬਾਹਰ ਉਤਾਰਾ ਹੋ ਜਾਵੇ, ਖਾਕ ਬਣ ਕੇ ਰਹੇ। ਇਹ ਸਾਨੂੰ ਨਿਰਾ ਸਿਖਾਇਆ ਹੀ ਨਹੀਂ ਹੈ,
ਗੁਰੂ ਘਰ ਨੇ, ਮਹਾਰਾਜ ਨੇ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਖੁਦ ਖੁਦਾ ਹੁੰਦਿਆਂ ਵੀ ਆਪਣੇ ਪਿਆਰਿਆਂ ਨਾਲ ਐਸਾ ਪ੍ਰੇਮ ਪਾਇਆ, ਐਸਾ ਅਦਬ ਕੀਤਾ ਮਹਾਤਮਾ ਦਾ, ਉਹਨਾਂ ਦਰਸਾ ਦਿੱਤਾ। ਮਹਾਰਾਜ ਨੂੰ ਮਿਲਣ ਬਾਬਾ ਸ਼੍ਰੀ ਚੰਦ ਪਹੁੰਚੇ ਨੇ। ਇਤਿਹਾਸ ਦੇ ਬੋਲ ਨੇ, ਐਸੇ ਮਨਮਹਿ ਕਰਤ ਵਿਚਾਰੀ, ਚਲੇ ਗੁਦੜੀਏ ਕਰ ਅਸਵਾਰੀ। ਭਾਈ ਗੋਦੜੀਏ ਨੂੰ ਨਾਲ ਲੈ ਕੇ ਸੇਵਕ ਨੂੰ ਬਾਬਾ ਸ਼੍ਰੀ ਚੰਦ ਮਹਾਰਾਜ ਕੋਲ ਆਏ ਨੇ। ਗੁਰੂ ਰਾਮਦਾਸ ਪਾਤਸ਼ਾਹ ਨੇ ਦਿਦਾਰੇ ਕਰਦਿਆਂ ਹੀ ਨਾ 500 ਰੁਪਈਆ ਚਰਨਾਂ ਵਿੱਚ ਰੱਖਿਆ, ਨਮਸਕਾਰ ਕੀਤੀ ਤੇ ਇੱਕ ਅਰਬੀ ਘੋੜਾ ਦਿੱਤਾ। ਜਿਸ ਗੁਰੂ ਰਾਮਦਾਸ ਦੇ ਦਰ ਤੇ ਸਮੁੱਚੀ ਲੋਕਾਈ ਸਜਦਾ ਕਰਦੀ ਹੈ, ਜਿਸ ਗੁਰੂ ਰਾਮਦਾਸ ਬਾਬਤ ਬਾਣੀ ਕਹਿੰਦੀ ਹੈ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਕਹਿੰਦੇ ਖੁਦਾਇਆ ਨਿਰਗੁਣ ਹੈ, ਠਾਕੁਰ ਨਿਰਗੁਣ ਹੈ, ਸਰੀਰ ਕਰਕੇ ਪ੍ਰਗਟ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਲਓ ਫਿਰ ਸਮੁੱਚੀਆਂ ਅਜ਼ਮਤਾਂ ਲੈ ਕੇ ਇੱਕ ਸਰੀਰ ਉਹਨੇ ਤਿਆਰ ਕੀਤਾ, ਮੁਜਸਮਾ ਤਿਆਰ ਕੀਤਾ, ਨਾਮ ਸਰੀਰ ਦਾ ਗੁਰੂ ਰਾਮਦਾਸ ਸੀ, ਔਰ ਉਸ ਚੋਲੇ ਨੂੰ ਸਰੀਰ ਨੂੰ ਫਿਰ ਆਪ ਧਾਰਨਾ ਕੀਤਾ ਹੈ, ਆਪ ਸਿਰਜਣਹਾਰ ਹੈ ਧਾਰਿਆ। ਮਹਾਰਾਜ ਪਾਤਸ਼ਾਹ ਨੇ ਗੁਰੂ ਰਾਮਦਾਸ ਵਾਲਾ ਚੋਲਾ ਧਾਰਿਆ। ਅਕਾਲ ਪੁਰਖ ਨੇ ਜਿੰਨਾ ਅੱਗੇ ਲੋਕਾਈ ਸਜਦਾ ਕਰਦੀ ਹੈ, ਉਹ ਬਾਪੂ ਗੁਰੂ ਰਾਮਦਾਸ ਬਾਬਾ ਸ਼੍ਰੀ ਚੰਦ ਨੂੰ ਨਮਸਕਾਰ ਕਰਨ। ਇਤਨਾ ਅਦਬ ਗੁਰੂ ਕੀ ਵੰਸ ਦਾ ਕੁੱਲ ਦਾ। ਇਤਿਹਾਸ ਦੇ ਬੋਲ ਨੇ, 100 ਹੈ 5 ਰੁਪਈਆ, ਦੀਨ ਭੇਟ ਬਹੁ ਸੇਵ ਕਮਈਆ। ਬੜੀ ਸੇਵਾ ਕੀਤੀ, 500 ਰੁਪਈਆ ਮੱਥਾ ਟੇਕਿਆ, ਇੱਕ ਘੋੜਾ ਦਿੱਤਾ। ਗੁਰਾਂ ਦਾ ਵੈਸੇ ਵੀ ਬਿਰਧ ਹੈ, ਸਤਿਗੁਰ ਝੂਠ ਹੈ, ਕੀਨੋ ਦਾਨ, ਲੋਕਾਈ ਨੂੰ ਦਾਨ ਕਰਦੇ ਨੇ, ਇੱਥੇ ਅਦਬ ਕਰਕੇ ਦਾਨ ਕੀਤਾ ਹੈ ਗੁਰੂ ਕੀ ਕੁੱਲ ਦਾ। ਬਾਬਾ ਸ਼੍ਰੀ ਚੰਦ ਨੂੰ ਆਪਣੇ ਨਾਲ ਬਿਠਾ ਲਿਆ, ਆਸਣ ਤੇ ਬੈਠੇ ਨੇ। ਤੁਹਾਡੇ ਮੇਰੇ ਵਰਗੀਆਂ ਸੰਗਤਾਂ ਚਰਨਾਂ 'ਚ ਝੋਲੀ ਅੱਡ ਕੇ ਭਿਖਾਰੀ ਬਣ ਕੇ ਬੈਠੀਆਂ ਗੁਰੂ ਰਾਮਦਾਸ ਤੇ। ਬਾਬਾ ਸ਼੍ਰੀ ਚੰਦ ਨੂੰ ਨਾਲ ਬਿਠਾਇਆ ਮਹਾਰਾਜ ਨੇ। ਜਿੰਨਾ ਸਮਾਂ ਬੈਠੇ ਰਹੇ ਬਾਬਾ ਸ਼੍ਰੀ ਚੰਦ, ਓਨਾ ਸਮਾਂ ਹੀ ਗੁਰੂ ਰਾਮਦਾਸ ਦੇ ਨੂਰਾਨੀ ਚਿਹਰੇ ਵੱਲ ਵੇਂਦੇ ਰਹੇ। ਤੇ ਖੇੜੇ ਵਿੱਚ ਆ ਕੇ ਆਖਣ ਲੱਗੇ, ਕਵੀ ਸੰਤੋਖ ਸਿੰਘ ਲਿਖਦੇ ਨੇ, ਸ਼੍ਰੀ ਚੰਦ ਬੋਲੇ ਤਤਕਾਲੂ, ਕਰਤ ਪਰਖਣਾ ਪ੍ਰੇਮ ਦਇਆਲੂ। ਇਤਨਾ ਦਾੜਾ ਕੈਸੋ ਵਿਧਾਇਓ, ਸੁਣ ਕੇ ਸਤਿਗੁਰੂ ਭੋ ਨਿਰਮਾਇਓ। ਕਹਿੰਦੇ ਜੀ ਐਡਾ ਸੁੰਦਰ ਦਾੜਾ ਕਿਉਂ ਪ੍ਰਕਾਸ਼ ਕੀਤਾ ਹੈ। ਇਤਿਹਾਸ ਦੇ ਬੋਲ ਨੇ, ਚਰਨ ਗਹੇ ਕਰ ਪ੍ਰੇਮ ਸੋ, ਪਹੁੰਚਾ ਬਾਰੰਬਾਰ, ਇਸ ਹੀ ਹੇਤ ਵਧਾਤ ਭੇ, ਸੁਣੀਏ ਗੁਰ ਸੁਤ ਦਿਆਰ। ਰੰਚਕ ਮਾਤਰ ਸਮੇਂ ਵਿੱਚ ਨੀਵੇਂ ਹੋ ਗਏ ਗੁਰੂ ਰਾਮਦਾਸ ਪਾਤਸ਼ਾਹ। ਕਹਿੰਦੇ ਬਾਬਾ ਸ਼੍ਰੀ ਚੰਦ ਜੀ, ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਝਾੜਨ ਲਈ ਦਾੜਾ ਵਧਾਇਆ ਹੈ। ਹੁਣ ਤੁਸੀਂ ਇਹ ਨਾ ਸਮਝਿਓ ਵੀ ਗੁਰੂ ਰਾਮਦਾਸ ਖੁਦ ਖੁਦਾ ਨੇ ਤੇ ਉਹਨਾਂ ਨੂੰ ਨੀਵਾਂ ਦਿਖਾ ਦਿੱਤਾ, ਨਹੀਂ। ਆਪਸ ਕਉ ਜੋ ਜਾਣੈ, ਨੀਚਾ ਸੋਊ ਗਣੀਐ ਸਭ ਤੇ ਉੱਚਾ। ਇਹ ਨਿਰਮਾਣਤਾ ਹੈ ਗੁਰਾਂ ਦੀ। ਨਾਲੇ ਬਾਣੀ ਕਹਿੰਦੀ ਹੈ, ਕੇਸਾਂ ਕਾਕਰ ਬੀਜਨਾ, ਸੰਤ ਚੌਰ ਢੁਲਾਵੋ, ਸੀਸ ਨਿਹਾਰੋ ਚਰਨ ਤਲ, ਧੂਰ ਮੁਖ ਲਾਵੋ। ਕਹਿੰਦੇ ਆਪਣੇ ਕੇਸਾਂ ਦਾ ਚੌਰ ਬਣਾ ਲੈ, ਸਾਧੂਆਂ ਉੱਤੇ ਫੇਰ ਨਾ ਕਰ, ਉਹਨਾਂ ਦੀ ਚਰਨ ਧੂੜੀ ਲੈ, ਮਸਤਕ ਦੇ ਨਾਲ ਲਾ, ਤੇਰਾ ਜੀਵਨ ਸਫਲਾ ਹੋ ਜਾਵੇ। ਗੁਰੂ ਤੇ ਸਾਨੂੰ ਇਹ ਹੁਕਮ ਕਰਦੇ ਨੇ। ਇਹਨਾਂ ਸਾਖੀਆਂ ਦਾ ਕੋਈ ਬਾਣੀ ਦੇ ਆਧਾਰ ਤੇ ਖੰਡਨ ਕਰੇ ਤੇ ਫਿਰ ਗੱਲ ਬਣਦੀ ਹੈ। ਮਨ ਦੇ ਵਲਵਲੇ ਨਾਲ ਤੇ ਇੱਥੇ ਲੋਕ ਰੱਬ ਨੂੰ ਵੀ ਟੱਬ ਦੱਸ ਰਹੇ ਨੇ, ਸਾਧੂਆਂ ਨੂੰ ਤੇ ਕੀ ਮੰਨਣਾ ਇਹਨਾਂ ਨੇ। ਮਹਾਰਾਜ ਬਾਬਾ ਸ਼੍ਰੀ ਚੰਦ ਇੰਨੇ ਪ੍ਰਸੰਨ ਹੋਏ, ਗਲੂਏ ਨਾਲ ਲਾ ਕੇ ਗੁਰੂ ਰਾਮਦਾਸ ਨੂੰ ਆਖਣ ਲੱਗੇ, ਦੇਖ ਨਿਮਰਤਾ ਗੁਰੂ ਕੀ,
श्री चंद भय प्रसन्न, अंगद लीनी सेव कर, तुमरो प्रेम अनन्न। इच कोई दो रह नहीं गुरु रामदास महाराज, गुरु नानक दा तख्त लोकाई विच सब तो बुलंद है, अजमतां वाला तख्त है। गुरु नानक खुदाया दा रूप ने, बाबा लैणा जी ने सेवा करके गुरु नानक दा ही रूप होना कीता, गुरता दे मालक बने। ते तुसीं गुरु अमरदास दे दर ते ऐसी निमरता रखी, तुहानू निर्माण वेख के ही गुरु नानक दे तख्त दा वारस बना दिता गया। तुसीं निमरता नाल तख्त जित्तिया है। ऐसा प्रेम इन्हां महापुरुषां दा। कहंदे एवें तुहाडे दर ते इह रौनक नहीं लगी रहिंदी, तुहाडे कदम बोसी करन वाला भव सागर तो तरेगा गुरु रामदास। बाणी दा फरमान है, गुर बोहित भवजल तारण हार, गुर भेटिया ना होए जोन अवतार। जेड़ा गुरु दी कदम बोसी करे, कदम चुमे, वह भव सागर तो पार होवेगा। ऐसा मेल मिलाप गुरां दा। क्यों अदब कीता, फिर पढ़ दिओ, धन धन पिता, धन धन कुल, धन धन सो जननी जिन गुर जणिया वाए। ऐ गुरु दी कुल धनता दे जोग है, इनू सदा ही सजदा रहेगा। जे खुद खुदा गुरु रामदास सजदा करते ने ते बंदे दी की औकात है, वह ना करे। ऐसी बुलंद हस्ती है बाबा श्री चंद दी। गुरु हरगोबिंद साहिब मुक्ति दे दाते अपने फरजंदां नू नाल लैके ना शिकार नू चढ़े ने। उथे फुरना बनया भी बाबा श्री चंद जी नू मिल चलीए। गुरप्रताप सूरज ग्रंथ विच जिक्र है, जदों महाराज दा बाबा श्री चंद जी नाल मिलाप होया, एक दूसरे नू नमस्कार कीती, अदब सत्कार दिता गया। बाबा श्री चंद जी दे गलुए दे बोल सन, कहियो श्री चंद इक हम दे हो, अपर अपने संग रखे हो। एक फरजंद अपना सानू दे दिओ, बाकी तुसी रख लो। हुण गुरु हरगोबिंद साहिब पातशाह ने हथ जोड़ के आख्या, कवि जी लिखते ने, सुन कर गुरु श्री हरगोबिंद बड़ सुत अर्पियो तब श्री चंद। अपना वड्डा फरजंद हथ जोड़ के सौंप दिता बाबा गुरदित्ता जी। हुण इथों की समझ पैंदी है, क्यों गुरु हरगोबिंद साहिब ने बाबा श्री चंद नू अपना फरजंद दे दिता, और किस कारण बाबा श्री चंद ने गुरां दा फरजंद मंगिया। उन्हां नू किते चेलियां दी कमी सी, सारी लोकाई उन्हां दे अगे झुकदी सी। उहदा एक कारण है, बाबा श्री चंद जी ने ये जानिया है अपनी अजमत नाल, पंज भूतक शरीर कुछ समय ताईं त्यागना पवेगा। ये शरीर दी कहानी कुछ ऐसी है, तू संत है, तू साकत है, ये तत्तां तो बनिया है, तत्तां विच मिलेगा। ठीक है, संत दी जोत जिथों प्रगट होके आई सी उथे मिल गई, साडी इत्थे भड़कदी रह जांदी है। इन्ना कंतरा है साकत दे संत दा। बाबा श्री चंद जी ने अपनी जगह ते उदासीन संप्रदाय दा अगला मुखी थापना सी, और मतलब साफ है, सिख धर्म दे प्रचार प्रसार दे लई अपनी जगह ते कोई चढ़दी कला वाला महात्मा उन्हां नूं नजर ही नहीं सी आ रहा। बाबा श्री चंद जी ने योग पुरुष प्रगट करना है, और गुरु नानक दे तख्त दे वारस गुरु हरगोबिंद साहिब दे घर नालों उन्हां नूं कोई महान अजमती घर ना मिलिया। दीन दुनिया दे मालक गुरु हरगोबिंद साहिब कोलों फरजंद इसलिए मंगिया है क्योंकि गुरु घर नालों श्रेष्ठता किते भी नहीं है। और गुरु हरगोबिंद साहिब जी ने बाबा श्री चंद जी नूं अपना फरजंद दिता, बाबा गुरदित्ता सौंप दिता। इत्थों ये भी गल साफ हुंदी है भी बाबा श्री चंद ने कोई भी ऐसी संस्था नहीं खड़ी की जो सिख धर्म दे शरीके वजों होवे।
ਇਹ ਮਤਲਬ ਸਾਫ਼ ਸੀ ਵੀ ਸਾਡੇ ਫਰਜ਼ੰਦ ਨੂੰ ਉਦਾਸੀਨ ਸੰਪਰਦਾਇ ਦਾ ਮੁਖੀ ਬਣਾ ਕੇ ਇਹ ਸਿੱਖੀ ਦਾ ਹੀ ਪ੍ਰਚਾਰ ਕਰਨਗੇ। ਜੇ ਬਾਬਾ ਸ਼੍ਰੀ ਚੰਦ ਸ਼ਰੀਕ ਹੁੰਦੇ ਗੁਰੂ ਘਰ ਦੇ ਤੇ ਗੁਰੂ ਹਰਗੋਬਿੰਦ ਸਾਹਿਬ ਸ਼ਰੀਕਾਂ ਨੂੰ ਆਪਣਾ ਫਰਜ਼ੰਦ ਨਾ ਦਿੰਦੇ। ਜਾਣਦੇ ਸਨ ਸਿੱਖੀ ਦਾ ਪ੍ਰਚਾਰ ਕਰਨਾ ਹੈ ਇਹਨਾਂ ਨੇ। ਇਹ ਗੱਲ ਵੱਖਰੀ ਹੈ, ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਵੀ ਬਾਬਾ ਸ਼੍ਰੀ ਚੰਦ ਜੀ ਅਤੀਤ ਰਹੇ ਸੰਸਾਰ ਤੋਂ, ਨਿਰੰਕਾਰ ਨਾਲ ਜੁੜੇ ਰਹੇ, ਸੰਸਾਰ ਦਾ ਤਿਆਗ ਹੀ ਕੀਤਾ ਉਹਨਾਂ। ਨਾਲੇ ਬਾਣੀ ਕਹਿੰਦੀ ਹੈ ਭਾਈ ਗੱਲ ਇਹ ਹੈ ਤੂੰ ਵਿਆਹਿਆ ਹੈ ਨਾ ਛੜਾ ਛਟਾਂਗ ਹੈ, ਸਫਲਤਾ ਰੱਬ ਦੇ ਗੀਤ ਗਾਇਆ ਹੈ। ਕਈ ਕਹਿ ਦਿੰਦੇ ਲੈ ਉਦਾਸੀ ਨੇ ਵਿਆਹ ਨਹੀਂ ਕਰਵਾਇਆ, ਇਹਨੇ ਤੇ ਗੁਰੂ ਦੇ ਹੁਕਮ ਦੀ ਅਦੂਲੀ ਕੀਤੀ ਹੈ। ਬਾਣੀ 'ਚ ਕਿਤੇ ਨਹੀਂ ਲਿਖਿਆ ਵੀ ਜਿਹਨੇ ਵਿਆਹ ਕਰਾ ਲਿਆ ਉਹੀ ਮੁਕਤ ਹੋਵੇਗਾ। ਗ੍ਰਸਤ ਦੀ ਮਹਾਨਤਾ ਦਾ ਕਾਰਨ ਇਹ ਹੈ ਵੀ ਇਹ ਸ੍ਰਿਸ਼ਟੀ ਦੀ ਜਿਹੜੀ ਪੈਦਾਇਸ਼ ਹੈ, ਇਹ ਦੁਨੀਆ ਦਾ ਪ੍ਰਫੁੱਲਤ ਹੋਣਾ ਇਹ ਮਾਈ ਦੇ ਗਰਭ ਤੋਂ ਬਿਨਾਂ ਨਹੀਂ ਹੋ ਸਕਦਾ। ਮਾਈ ਗਰਭ ਧਾਰੇਗੀ, ਬਾਲ ਪੈਦਾ ਹੋਵੇਗਾ, ਕੋਈ ਸੰਤ ਬਣੇ ਕੋਈ ਰਾਜਾ ਬਣੇ, ਤੇ ਜੇ ਗ੍ਰਸਤੀ ਨਾ ਰਹੇ ਤੇ ਨਾ ਉਦਾਸੀ ਪੈਦਾ ਹੋਣਾ ਤੇ ਨਾ ਕੋਈ ਨਿਰਮਲਾ, ਨਾ ਕੋਈ ਸੇਵਾ ਪੰਥੀ, ਨਾ ਕੋਈ ਟਕਸਾਲੀ ਤੇ ਨਾ ਕੋਈ ਨਿਹੰਗ ਸਿੰਘ, ਨਾ ਕੋਈ ਰਾਜਾ, ਨਾ ਕੋਈ ਰੰਕ। ਗ੍ਰਸਤ ਦੀ ਇਹ ਮਹਾਨਤਾ ਹੈ। ਪਰ ਇਹ ਕਹਿ ਦੇਣਾ ਵੀ ਇਹਨੇ ਵਿਆਹ ਨਹੀਂ ਕਰਾਇਆ ਉਦਾਸੀ ਨੇ, ਇਹ ਗੁਰੂ ਦੇ ਹੁਕਮ ਤੋਂ ਬਾਹਰ ਚਲਿਆ, ਇਦਾਂ ਕੁਝ ਨਹੀਂ ਹੈ। ਬਾਪੂ ਨੇ ਮੋਹਰ ਲਾਈ, ਮੁਕਤੀ ਉਸ ਨੂੰ ਦਿੱਤੀ ਹੈ ਜਿਹੜਾ ਅਕਾਲ ਪੁਰਖ ਨਾਲ ਜੁੜਿਆ ਏ। ਮਹਾਰਾਜ ਕਹਿੰਦੇ ਨੇ ਧਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਉਦਾਸੀ ਹੈ ਜਾਂ ਗ੍ਰਸਤੀ ਹੈ, ਗੁਰੂ ਦੇ ਹੁਕਮ ਵਿੱਚ ਚੱਲੇ ਤੇ ਗੁਰਮੁਖ ਹੈ, ਤੂੰ ਭਵਸਾਗਰ ਤੋਂ ਤਰ ਸਕਦਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਦੇ ਵਾਰਸ ਗੁਰੂ ਹਰਗੋਬਿੰਦ ਸਾਹਿਬ ਆਪਣਾ ਫਰਜ਼ੰਦ ਸੌਂਪ ਦਿੰਦੇ ਨੇ ਬਾਬਾ ਸ਼੍ਰੀ ਚੰਦ। ਔਰ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦਾ ਹੀ ਰੂਪ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਣਦੇ ਹੋਏ ਮੁਰਸ਼ਦ ਵਜੋਂ ਤਵੱਜੋ ਦਿੰਦੇ ਨੇ ਔਰ ਪ੍ਰਭੂ ਸਰੂਪ ਸਮਝ ਕੇ ਸਤਿਕਾਰ ਕਰਦੇ ਨੇ। ਤਾਂ ਹੀ ਉਹਨਾਂ ਦੀ ਵੰਸ਼ ਨੂੰ ਇਸ ਕਾਬਲ ਜਾਣਿਆ ਵੀ ਮੇਰੀ ਜਗ੍ਹਾ ਤੇ ਸੇਵਾ ਕਰ ਸਕਦੇ ਨੇ। ਜੇ ਭਾਵਨਾ ਨਾ ਹੁੰਦੀ, ਅਸ਼ਰਧਾ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੀ ਜਾਂ ਗੁਰੂ ਨਾਨਕ ਸਾਹਿਬ ਤੋਂ ਅਗਲੇ ਮੁਖੀਆਂ ਦੇ ਪ੍ਰਤੀ, ਕਦੇ ਵੀ ਬਾਬਾ ਗੁਰਦਿੱਤਾ ਜੀ ਨੂੰ ਉਦਾਸੀਨ ਸੰਪਰਦਾਇ ਦਾ ਅਗਲਾ ਮੁਖੀ ਨਾ ਥਾਪਦੇ। ਉਹਨਾਂ ਦੀ ਭਾਵਨਾ ਇਹੀ ਸੀ, ਗੁਰੂ ਨਾਨਕ ਦੀ ਅਜ਼ਮਤ ਬਾਬਤ, ਤਖਤ ਬਾਬਤ ਤੂੰ ਸਤਿਗੁਰ ਚਾਹੋ ਜੁਗੀ, ਆਪ ਆਪੇ ਪਰਮੇਸ਼ਰ। ਗੁਰੂ ਨਾਨਕ ਦਾ ਕਰ, ਗੁਰੂ ਨਾਨਕ ਗੁਰੂ ਹਰਗੋਬਿੰਦ ਹਰ ਯੁੱਗ ਵਿੱਚ ਪਰਮੇਸ਼ਵਰ ਦਾ ਨਿਰਗੁਣ ਤੌਰ ਤੇ ਰੂਪ ਨੇ। ਕਿਧਰੇ ਸਰਗੁਣ ਹੋ ਕੇ ਆ ਜਾਂਦੇ ਨੇ, ਕਿਧਰੇ ਸ਼ਬਦਾਵਤਾਰ ਹੋ ਜਾਂਦੇ ਨੇ, ਪਰ ਗੁਰੂ ਕਿਆਂ ਦਾ ਅਦਬ ਪਰਮੇਸ਼ਵਰ ਵਾਲਾ ਹੀ ਰੱਖਿਆ ਬਾਬਾ ਸ਼੍ਰੀ ਚੰਦ ਨੇ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨਾਲ ਕੁਝ ਐਸੀ ਮੁਲਾਕਾਤ ਹੋਈ। ਅੱਛਾ, ਬਾਣੀ ਵਿੱਚ ਇੱਕ ਬੋਲ ਆਉਂਦਾ ਹੈ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਹੋਣਗੇ ਕਈ ਰਾਜੇ, ਹੋਣਗੇ ਕਈ ਛਤਰਪਤ, ਹੋਣਗੇ ਕਈ ਸਿਕੰਦਰ, ਪਰ ਕਹਿੰਦੇ ਯਾਦ ਰੱਖਿਓ ਰੱਬ ਦੇ ਪਿਆਰਿਆਂ ਦੇ ਤੁਲ ਕੋਈ ਨਹੀਂ ਹੋ ਸਕਿਆ ਦੁਨੀਆ ਤੇ। ਉਹਨਾਂ ਵਰਗੀ ਕਿਸੇ ਦੀ ਵਡਿਆਈ ਨਹੀਂ ਹੈ, ਉਹਨਾਂ ਵਰਗਾ ਕਿਸੇ ਦਾ ਜਸ ਨਹੀਂ ਹੈ, ਮਹਾਨਤਾ ਨਹੀਂ ਹੈ। ਇਹ ਗੱਲ ਸਮਝ ਪਈ। ਇੱਕ ਕੌਤਕ ਜਦੋਂ ਵਾਪਰਦਾ ਹੈ ਨਾਨਕ ਚੱਕ ਦੀ ਧਰਤੀ ਤੇ, ਇਹ ਗੁਰਦਾਸਪੁਰ ਦਾ ਏਰੀਆ, ਜਹਾਂਗੀਰ ਨੇ ਨਾ ਅਜ਼ਮਤ ਵੇਖੀ ਬਾਬਾ ਸ਼੍ਰੀ ਚੰਦ ਜੀ ਹੁਣਾਂ ਦੀ, ਔਰ ਅਜ਼ਮਤ ਵੇਖ ਕੇ ਮੋਇਆ ਜ਼ਿੰਦਾ ਹੋਇਆ ਵੇਖ ਕੇ ਉੱਥੇ ਸੈਂਕੜੇ ਏਕੜ ਜਗ੍ਹਾ ਦੇ ਦਿੱਤੀ ਬਾਬਾ ਜੀ ਨੂੰ। ਔਰ ਵੇਖੋ ਨਿਰਮਾਣਤਾ ਬਾਬਾ ਸ਼੍ਰੀ ਚੰਦ ਦੀ। ਹੁਣ ਹੋਣਾ ਤੇ ਇਹ ਚਾਹੀਦਾ ਹੈ ਨਾ, ਬਾਬਾ ਸ਼੍ਰੀ ਚੰਦ ਜੀ ਨੂੰ ਜਗ੍ਹਾ ਦਿੱਤੀ ਹੈ ਖੇਤੀ ਕਰਨ ਦੇ ਲਈ, ਆਪਣੀ ਸੰਸਥਾ ਰਾਹੀਂ ਉਹ ਖੇਤੀ ਕਰਵਾਉਣ, ਆਪਣੇ ਨਾਮ ਉੱਤੇ ਉਸ ਇਲਾਕੇ ਦਾ ਨਾਮ ਰੱਖਣ। ਪਰ ਕਹਿੰਦੇ ਨਹੀਂ, ਨਾਮ ਗੁਰੂ ਨਾਨਕ ਦੇ ਨਾਮ ਤੇ ਹੀ ਰਹੇਗਾ। ਰਹੀ ਗੱਲ ਮੁਰਦਾ ਸੁਰਜੀਤ ਕਰਨ ਵਾਲੀ, ਤੇ ਬਾਣੀ ਕਹਿੰਦੀ ਹੈ ਸਾਧਾਂ ਦੇ ਗਲੂਏ ਚੋਂ ਬੋਲ ਨਿਕਲੇ ਸਹੀ ਪੱਥਰ ਤੇ ਲਕੀਰ, ਪੂਰਾ ਕਿਉਂ ਨਹੀਂ ਹੋਵੇਗਾ। ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ। ਪ੍ਰਗਟ ਹੈ ਦੁਨੀਆ ਤੇ, ਇਹ ਗੁੱਜੀ ਛੰਨੀ ਗੱਲ ਨਹੀਂ ਹੈ ਕੋਈ। ਆ ਛੱਡੋ, ਜ਼ਬਾਨ ਤੋਂ ਨਾਮ ਹੀ ਸਾਧ ਕੋਈ ਬਚਨ ਕੱਢੇ, ਕਹਿੰਦੇ ਫੁਰਨਾ ਹੀ ਕਰ ਲਵੇ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ,
ਮਾਨ ਜੋ ਵੀ ਸਾਧੂ ਫੁਰਨਾ ਲੈ ਆਵੇ ਗੁਰੂ ਨਾਨਕ ਉਹਨੂੰ ਪਾਰ ਲਾ ਦਿੰਦਾ ਹੈ। ਖੈਰ ਅਜ਼ਮਤ ਵੇਖ ਕੇ ਕੁਝ ਪਹਿਲੀ ਅਰਦਾਸਾ ਕਰਾ ਦਿੱਤੀ ਗਈ। ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਹੀ ਰੱਖਿਆ ਬਾਬਾ ਸ਼੍ਰੀ ਚੰਦ ਨੇ। ਇੱਕ ਦਿਨ ਸਭਾ ਲੱਗੀ ਸੀ। ਹੁਣ ਉਸ ਸਮੇਂ ਮਹਾਨ ਮਹਾਂਪੁਰਸ਼ ਸਾਈਂ ਮੀਆਂ ਮੀਰ ਜੀ ਸਮਝੇ ਗਏ ਇਸਲਾਮ ਜਗਤ ਵਿੱਚ। ਜਹਾਂਗੀਰ ਅਜ਼ਮਤਾਂ ਬਾਬਤ ਜਾਣਦਾ ਹੈ ਬਾਬਾ ਸ਼੍ਰੀ ਚੰਦ ਦੀਆਂ, ਪਰ ਉਹਨੇ ਫਿਰ ਵੀ ਸਭਾ 'ਚ ਬਾਤ ਪਾਈ ਵੀ ਸਾਈਂ ਮੀਆਂ ਮੀਰ ਜੀ, ਮੈਂ ਚੱਕਰਪਤ ਰਾਜਾ ਹਾਂ, ਮੈਂ ਰਾਜਿਆਂ ਦਾ ਰਾਜਾ, ਭਾਰਤ ਵਰਸ਼ ਦਾ ਮਾਲਕ ਹਾਂ। ਕਈ ਰਾਜੇ ਰਾਜਪੂਤਾਨੇ ਦੇ, ਮਰਾਠੇ, ਇਹ ਸਭ ਮੇਰੇ ਅਧੀਨ ਚੱਲਦੇ ਨੇ। ਬੜੇ ਸੰਤ ਨੇ, ਬੜੇ ਮਹਾਂਪੁਰਸ਼ ਨੇ। ਸਾਧੂਆਂ ਵਿੱਚ ਪਾਤਸ਼ਾਹ ਕੌਣ ਹੈ? ਸਾਧੂਆਂ 'ਚ ਸਿਰਮੌਰ ਕੌਣ ਸਮਝਿਆ ਜਾਂਦਾ ਹੈ? ਵੈਰਾਗੀਆਂ ਤਿਆਗੀਆਂ ਵਿੱਚ ਮਹਾਤਮਾ ਸਭ ਤੋਂ ਉੱਚੀ ਅਵਸਥਾ ਤੇ ਕਿਹੜਾ ਸਮਝਿਆ ਜਾਂਦਾ ਹੈ? ਪਰਸ਼ੀਅਨ ਦੇ ਵਿੱਚ ਬਾਬਾ ਸਾਈਂ ਮੀਆਂ ਮੀਰ ਦੇ ਗਲੂਏ ਚੋਂ ਮੁਬਾਰਕ ਬੋਲ ਨਿਕਲੇ, ਫੁਕਰੇ ਸ਼ਹਿਨਸ਼ਾਹ ਇਸਰੇ ਨਾਨਕ। ਕਹਿੰਦੇ ਸਾਧੂਆਂ ਦੇ ਵਿੱਚ ਸ਼ਾਹ, ਮਹਾਨ ਰੁਤਬੇ ਵਾਲਾ ਗੁਰੂ ਨਾਨਕ ਦਾ ਫਰਜ਼ੰਦ ਬਾਬਾ ਸ਼੍ਰੀ ਚੰਦ ਹੈ। ਦੁਨੀਆ ਵੱਲੋਂ ਭਰਾਮ ਹੈ, ਅਕਾਲ ਪੁਰਖ ਦੇ ਨਾਲ, ਖੁਦਾਇਆ ਦੇ ਨਾਲ ਜੁੜਿਆ ਰਹਿੰਦਾ ਹੈ। ਐਸੀ ਉਹਦੀ ਮਹਿਮਾ ਹੈ, ਐਸੀ ਉਹਦੀ ਮਹਾਨਤਾ ਹੈ। ਖੈਰ ਇਸਲਾਮ ਜਗਤ ਦੇ ਮਹਾਂਪੁਰਸ਼ਾਂ ਨੇ ਵੀ ਅਕੀਦਾ ਰੱਖਿਆ ਬਾਬਾ ਸ਼੍ਰੀ ਚੰਦ ਦੀ ਅਜ਼ਮਤ ਦੇ ਉੱਤੇ। ਐਵੇਂ ਨਹੀਂ ਬਾਣੀ ਕਹਿੰਦੀ ਭਗਤਾਂ ਦੇ ਬਰਾਬਰ ਕੋਈ ਰਾਜਾ ਨਹੀਂ ਹੈ। ਪਾਤਸ਼ਾਹ ਹੁੰਦੇ ਨੇ ਜਿਹੜੇ ਸਾਧੂ ਸਤਪੁਰਸ਼ ਹੁੰਦੇ ਨੇ। ਉਦਾਸੀਨ ਸੰਪਰਦਾਇ ਦਾ ਆਗਾਜ਼ ਕੀਤਾ। ਸਿੱਧੇ ਜੇ ਅਰਥ ਨੇ ਦੁਨੀਆ ਵੱਲੋਂ ਜੋ ਉਪਰਾਮ ਹੋਇਆ, ਅਕਾਲ ਪੁਰਖ ਦੇ ਨਾਲ ਜੋ ਜੁੜ ਗਿਆ, ਜਿਹੜਾ ਸੰਸਾਰ ਵੱਲੋਂ ਨਜ਼ਾਤ ਪਾ ਕੇ ਨਿਰੰਕਾਰ ਦੇ ਗੀਤ ਗਾਵੇ, ਉਹਨੂੰ ਉਦਾਸੀ ਕਿਹਾ ਜਾਂਦਾ ਹੈ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ। ਰੱਬ ਨੂੰ ਜੋ ਪਾ ਗਿਆ ਉਹ ਉਦਾਸੀ ਕਿਹਾ ਗਿਆ। ਰੱਬ ਦੇ ਜਿਹੜਾ ਗੀਤ ਗਾ ਗਿਆ, ਗ੍ਰਸਤੀ ਵੀ ਉਹੀ ਪ੍ਰਵਾਨ ਹੋਇਆ। ਨਾਮ ਰਤਾ ਸੋਈ ਨਿਰਮਾਣ। ਅੱਛਾ, ਇਹ ਨਹੀਂ ਹੁੰਦਾ ਵੀ ਸਾਧ ਦੁਖੀ ਹੋ ਕੇ ਉਦਾਸੀ ਹੁੰਦੇ ਨੇ, ਨਿਰਾਸ਼ ਹੋ ਕੇ ਦੁਨੀਆ ਤੋਂ, ਨਹੀਂ। ਖੁਸ਼ੀ ਦੇ ਨਾਲ ਅਕਾਲ ਪੁਰਖ ਵੱਲ ਪਲੜਾ ਪਕੜ ਲੈਂਦੇ ਨੇ, ਸੰਸਾਰ ਦਾ ਤਿਆਗ ਕਰਦੇ ਨੇ, ਨਾਸ਼ਵਾਨ ਸਮਝ ਕੇ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਇਸ ਸੰਪਰਦਾਇ ਨੇ ਗੁਰੂ ਨਾਨਕ ਸਾਹਿਬ ਦੇ ਪੰਥ ਨੂੰ, ਸਿੱਖ ਧਰਮ ਨੂੰ, ਗੁਰੂ ਅੰਗਦ ਸਾਹਿਬ ਦੇ ਸਮੇਂ ਤੋਂ ਲੈ ਕੇ ਅੱਜ ਤਾਈਂ ਪ੍ਰਫੁੱਲਤ ਕੀਤਾ ਹੈ, ਕਰਦੇ ਰਹੇ ਨੇ ਔਰ ਕਰਦੇ ਰਹਿਣਗੇ। ਗੁਰੂ ਅੰਗਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤਾਈਂ ਰੁਝੇਵੇਂ ਭਾਰਤ ਵਰਸ਼ ਵਿੱਚ ਹੀ ਗੁਰੂ ਕਿਆਂ ਦੇ ਇੰਨੇ ਵੱਧ ਗਏ, ਬਾਹਰ ਬਹੁਤਾ ਨਹੀਂ ਵਿਚਰੇ। ਭਾਰਤ ਵਰਸ਼ ਤੋਂ ਬਾਹਰ ਚਾਹੇ ਇਰਾਕ ਹੈ, ਈਰਾਨ ਹੈ, ਉਹ ਇਲਾਕਾ ਹੈ ਅਰਬ ਦਾ, ਇਹ ਉਦਾਸੀਨ ਮਹਾਂਪੁਰਸ਼ ਜਾਂਦੇ ਰਹੇ। ਬਾਬਾ ਸ਼੍ਰੀ ਚੰਦ ਜੀ ਜਾਂਦੇ ਰਹੇ। ਕਦੇ ਤੁਸੀਂ ਪੁਰਾਤਨ ਵਿਦਵਾਨਾਂ ਦੀ ਕਥਾ ਸੁਣੋ ਨਾ, ਦੁਨੀਆ ਵਿੱਚ ਸਭ ਤੋਂ ਮਹਾਨ ਕਥਾਵਾਚਕ ਮੇਰੀ ਸੋਚ ਮੁਤਾਬਕ ਗਿਆਨੀ ਮਾਨ ਸਿੰਘ ਝੌਰ ਹੋਏ ਨੇ। ਮਸਕੀਨ ਜੀ ਵੀ ਕੁਝ ਸਮਾਂ ਉਹਨਾਂ ਦੀ ਸ਼ਾਗਿਰਦੀ ਕਰਦੇ ਰਹੇ, ਔਰ ਮਸਕੀਨ ਜੀ ਨੂੰ ਵੀ ਤੁਸੀਂ ਸੁਣੋ। ਉਹ ਆਪੇ ਕਈ ਵਾਰ ਕਥਾਵਾਂ ਵਿੱਚ ਜ਼ਿਕਰ ਕਰਦੇ ਨੇ ਵੀ ਜਿੰਨੇ ਵੀ ਅਰਬ ਵਾਲੀ ਸਾਈਡ ਤੇ ਨਾਨਕ ਪੰਥੀ ਨੇ, ਗੁਰੂ ਨਾਨਕ ਦੇ ਪੈਰੋਕਾਰ ਨੇ, 80% ਉਹ ਕੇਸਾ ਧਾਰੀ ਸਿੱਖ ਖੰਡੇ ਦੀ ਪੌਲ ਦੇ ਧਾਰਨੀ ਉਦਾਸੀ ਮਹਾਂਪੁਰਸ਼ਾਂ ਨੇ ਬਣਾਏ ਨੇ। ਔਰ ਇਰਾਕ ਈਰਾਨ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਧੂਣੇ ਧਰਮਸ਼ਾਲਾਵਾਂ ਰਹੀਆਂ ਨੇ। ਇਹ ਉਹਨਾਂ ਦੇ ਪ੍ਰਚਾਰ ਪ੍ਰਸਾਰ ਦੀ ਬਦੌਲਤ ਸੀ। ਇਹ ਠੀਕ ਹੈ, ਰਾਜ ਭਾਗ ਬਦਲਦੇ ਰਹਿੰਦੇ ਨੇ। ਅੱਜ ਇਸਲਾਮ ਜਗ ਤੋਂ ਜਗ੍ਹਾ ਨੂੰ ਮਿਟਾ ਦੇਵੇ, ਖੁਰਾ ਖੋਜ ਮਿਟਾ ਦੇਵੇ ਧਰਮਸ਼ਾਲਾਵਾਂ ਦਾ, ਇਹ ਵੱਖਰਾ ਵਿਸ਼ਾ ਹੈ। ਬੜਾ ਪ੍ਰਚਾਰ ਪ੍ਰਸਾਰ ਇਹਨਾਂ ਮਹਾਂਪੁਰਸ਼ਾਂ ਕੀਤਾ। ਇਹ ਨਿਰੀ ਤੁਸੀਂ ਆਖੋ ਮਾਲਾ ਹੀ ਫੇਰਦੇ ਨੇ, ਇਦਾਂ ਵੀ ਨਹੀਂ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਨਾ, ਭਗਤੀ ਤੇ ਸ਼ਕਤੀ ਪ੍ਰਚੰਡ ਰਵੇਗੀ ਸਿੱਖ ਜਗਤ ਅੰਦਰ, ਤੇ ਇਹ ਬਾਬੇ ਸ਼੍ਰੀ ਚੰਦੀਆਂ ਨੇ, ਉਦਾਸੀਆਂ ਨੇ ਵੀ ਕੁਤਕਾ ਚਲਾਉਣਾ ਸਿੱਖਿਆ ਹੈ, ਤਲਵਾਰ ਚਲਾਉਣੀ ਸਿੱਖੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭਾਰਤ ਵਰਸ਼ ਨੂੰ ਨਿਜਾਤ ਦਿਵਾਉਣ ਦੇ ਲਈ
ਪਾਪਾਂ ਨੂੰ ਮਿਟਾਉਣ ਦੇ ਲਈ, ਇਨਸਾਨੀਅਤ ਦੀ ਰੱਖਿਆ ਦੇ ਲਈ ਖਾਲਸਾ ਪੰਥ ਸਾਜਦੇ ਨੇ। ਔਰ ਇਹ ਜਿਹੜੀ ਮੀਰੀ ਤੇ ਪੀਰੀ ਦੀ ਪ੍ਰੈਕਟਿਸ ਹੈ ਗੁਰੂ ਹਰਗੋਬਿੰਦ ਸਾਹਿਬ ਤੋਂ ਚੱਲੀ, ਇਸ ਪ੍ਰੈਕਟਿਸ ਨੂੰ ਸਦਾ ਹੀ ਅਮਲੀ ਜਾਮਾ ਪਹਿਨਾਉਂਦੇ ਰਹੇ ਪਾਤਸ਼ਾਹ। ਕਿਧਰੇ ਮਾਲਾ ਫੇਰਨੀ, ਕਿਧਰੇ ਖੰਡਾ ਖੜਕਾਉਣਾ। ਮੈਦਾਨੇ ਜੰਗ ਦੇ ਵਿੱਚ ਅੱਜ ਦੀਨ ਦੁਨੀਆ ਦੇ ਮਾਲਕ ਮੁਗਲਿਆ ਸਲਤਨਤ 22 ਧਾਰ ਦੇ ਰਾਜਿਆਂ ਦੇ ਸਾਹਵੇਂ ਖਲੋਤੇ ਨੇ। ਉੱਥੇ 500 ਨੌਕਰ ਸੀ ਪਾਤਸ਼ਾਹ ਕੋਲ, ਨਮਕ ਹਰਾਮੀ ਨਿਕਲੇ ਦੌੜ ਗਏ। ਜਿਹੜੇ ਪੈਸੇ ਕਰਕੇ ਗੁਰਾਂ ਨਾਲ ਜੁੜੇ ਸੀ, ਕਈ ਹੁੰਦੇ ਨੇ ਉਹ ਨਿਹਰਾ ਲੰਗਰ ਛਕਣ ਹੀ ਆਉਂਦੇ ਨੇ, ਭੀੜ ਪਈ ਤੇ ਦੌੜ ਜਾਂਦੇ ਨੇ। ਦੁਨੀ ਚੰਦ ਵਰਗੇ ਵੀ ਹੋਇਆ ਕਰਦੇ ਨੇ। ਇਹ ਦੌੜ ਗਏ ਲੰਗਰ ਛਕਣ ਵਾਲੇ। ਆਪਾ ਵਾਰਨ ਵਾਲਾ ਇੱਕ ਮਹਾਪੁਰਸ਼ ਉੱਠਿਆ ਹੈ ਆਪਣਾ ਜਥਾ ਲੈ ਕੇ, ਕਹਿੰਦਾ ਨਿਰੀ ਉਦਾਸੀ ਮਹਾਤਮਾ ਮਾਲਾ ਹੀ ਨਹੀਂ ਫੇਰਦੇ, ਖੰਡਾ ਵੀ ਫੇਰ ਲੈਂਦੇ ਨੇ, ਕੁਤਕਾ ਵੀ ਫੇਰ ਲੈਂਦੇ ਨੇ। ਮੈਦਾਨੇ ਜੰਗ ਵਿੱਚ ਮਹੰਤ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਦੇ ਸਾਹਵੇਂ ਆਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦ੍ਰਿਸ਼ ਵੇਂਦੇ ਨੇ। ਬਚਿੱਤਰ ਨਾਟਕ ਵਿੱਚ, ਆਟੋਬਾਇਓਗ੍ਰਾਫੀ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਨੇ ਆਪ ਕਲਮ ਚੁੱਕ ਕੇ ਲਿਖਿਆ ਹੈ, ਕਿਰਪਾਲ ਕੋਪਿਯੰ ਕੁਤਕੋ ਸੰਭਾਰੀ, ਹਠੀ ਖਾਨ ਹਯਾਤ ਕੇ ਸੀਸ ਝਾਰੀ, ਉਠੀ ਸ਼ਿਸ਼ ਇਸ਼ੰ ਕਡਾ ਮੇਜ ਝੋਰੰਗ, ਮਨੋ ਮਾਖ ਨੰਗ ਮਟਕੀ ਕਾਨ ਫੋਰੰਗ। ਬਾਪੂ ਗੁਰੂ ਗੋਬਿੰਦ ਸਿੰਘ ਲਿਖਦਾ, ਉਹਨੇ ਕੁਤਕਾ ਲੈ ਕੇ ਹਯਾਤ ਖਾਂ ਦੇ ਖੋਪੜ ਤੇ ਏਦਾਂ ਮਾਰਿਆ, ਐਸਾ ਵਾਰ ਟਿਕਾਇਆ ਉਹਦੀ ਖੋਪੜੀ ਤੇ, ਉਹਦੇ ਸਿਰ ਚੋਂ ਮਿੱਝ ਏਦਾਂ ਉੱਡੀ ਹੈ ਜਿਵੇਂ ਕ੍ਰਿਸ਼ਨ ਦੇ ਮਟਕਾ ਫੋੜਨ ਤੇ ਮੱਖਣ ਉੱਡਦਾ ਹੈ। ਇਹ ਉਦਾਸੀਆਂ ਦਾ ਚੱਲਦਾ ਹੋਇਆ ਕੁਤਕਾ ਬਿਆਨ ਕੀਤਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਤੇ ਜਿਨ੍ਹਾਂ ਕੌਮ ਲਈ ਸੋਟੀ ਨਹੀਂ ਖਾਧੀ, ਉਹ ਸਾਨੂੰ ਸਮਝਾਉਣਗੇ ਵੀ ਕਿਹਨਾਂ ਨਾਲ ਵਰਤਣਾ ਹੈ ਤੇ ਕਿਹਨਾਂ ਨਾਲ ਨਹੀਂ। ਉਹ ਗੁਰੂ ਨਾਨਕ ਦੀ ਫੁਲਵਾੜੀ ਦੇ ਫੁੱਲ ਉਦਾਸੀਨ ਪੰਥ ਨੂੰ ਉਖਾੜ ਕੇ ਸੁੱਟਣਗੇ ਜਿਨ੍ਹਾਂ ਕੌਮ ਲਈ ਕੰਡਾ ਨਹੀਂ ਖਾਧਾ। ਕਦੇ ਇਤਿਹਾਸ ਪੜ੍ਹੋ ਉਦਾਸੀ ਮਹਾਪੁਰਸ਼ਾਂ ਦਾ, ਪੀਰ ਬੁੱਧੂ ਸ਼ਾਹ ਤੇ ਮਹੰਤ ਕਿਰਪਾਲ ਦਾਸ, ਇਹਨਾਂ ਦੋਹਾਂ ਮਹਾਪੁਰਸ਼ਾਂ ਬੜੇ ਕੌਤਕ ਵਿਖਾਏ ਮੈਦਾਨੇ ਜੰਗ ਵਿੱਚ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋਹਾਂ ਨੂੰ ਸਨਮਾਨਿਤ ਵੀ ਕੀਤਾ। ਇੱਕ ਮੁਸਲਮਾਨ ਹੈ, ਇੱਕ ਉਦਾਸੀ ਹੈ। ਗੁਰੂ ਦਾ ਇਹ ਬਿਰਦ ਰਿਹਾ ਹੈ, ਜੋ ਸਰਣੇ ਆਵੈ ਤਿਸ ਕੰਠ ਲਾਵੈ। ਇੱਥੇ ਹੀ ਬਸ ਨਹੀਂ, ਨੰਦਾਂ ਦੀ ਪੁਰੀ ਨੂੰ ਪੈ ਗਿਆ ਘੇਰਾ 1704 ਈਸਵੀ ਵਿੱਚ। 7 ਮਹੀਨੇ ਘੇਰਾ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵਾਲ ਵਿੰਗਾ ਨਹੀਂ ਕਰ ਸਕੀ ਮੁਗਲਿਆ ਸਲਤਨਤ। ਪੈਮਾ ਸ਼ਿਕਨ ਲੋਕਾਂ ਨੇ ਵਾਅਦੇ ਤੋੜੇ, ਕਸਮਾਂ ਖਾਧੀਆਂ। ਆਨੰਦਾਂ ਦੀ ਪੁਰੀ ਮਹਾਰਾਜ ਨੂੰ ਕਹਿ ਕੇ ਛਡਵਾ ਲਈ ਵੀ ਤੁਸੀਂ ਸਤਪੁਰਸ਼ ਹੋ, ਜ਼ਮੀਨ ਦੇ ਟੁਕੜੇ ਦਾ ਲਾਲਚ ਕਾਹਦਾ, ਤੁਹਾਡੇ ਦਰ ਆਇਆਂ ਦੀਆਂ ਝੋਲੀਆਂ ਭਰਦੀਆਂ, ਜ਼ਮੀਨ ਛੱਡੋ ਤੇ ਜਾਓ ਝਗੜਾ ਨਿਬੇੜੋ। ਇਹ ਠੀਕ ਹੈ, ਸਤਿਗੁਰ ਦਾਤਾਰ ਹੈ। ਬੇਨਤੀ ਮੰਨ ਕੇ ਤੁਰ ਪਏ। ਜਾਣ ਲੱਗਿਆਂ ਇੱਕ ਮਹਾਪੁਰਸ਼ ਦੀ ਚੋਣ ਕੀਤੀ, ਗੁਰਬਖਸ਼ ਦਾਸ ਦੀ। ਆਨੰਦਾਂ ਦੀ ਪੁਰੀ ਦੇ ਗੁਰਧਾਮਾਂ ਦੀ ਸੇਵਾ, ਤਖਤ ਕੇਸਗੜ੍ਹ ਦੀ ਸੇਵਾ ਬਾਬਾ ਜੀ ਤੁਹਾਡੇ ਜੁਮੇ ਲਾਈ ਅਸੀਂ। ਐਸੇ ਵਗਦੇ ਝੱਖੜ ਵਿੱਚ ਵੀ ਉਦਾਸੀ ਮਹਾਪੁਰਸ਼ਾਂ ਇਹ ਸੇਵਾਵਾਂ ਨਿਭਾਈਆਂ। ਇਉਂ ਸਮਝ ਲਓ 200 ਸਾਲ ਦੇ ਇਰਦ ਗਿਰਦ ਇਹ ਸੇਵਾਵਾਂ ਉਦਾਸੀ ਮਹਾਪੁਰਸ਼ੀ ਨਿਭਾਉਂਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਤਾਈਂ ਸਾਰੇ ਗੁਰਧਾਮਾਂ ਦੀ ਸੇਵਾ, ਜਦੋਂ ਖਾਲਸੇ ਤੇ ਭੀੜ ਪਈ ਸੀ, ਖਾਲਸਾ ਜੰਗਲਾਂ ਵਿੱਚ ਸੀ, ਸਿਰਾਂ ਦੇ ਮੁੱਲ ਪੈਂਦੇ ਸੀ, ਉਦਾਸੀ ਨਿਰਮਲੇ ਸੇਵਾ ਪੰਥੀ ਮਹਾਪੁਰਸ਼ਾਂ ਹੀ ਸਾਂਭੀਆਂ ਨੇ। ਕਈ ਕਹਿੰਦੇ ਉਦਾਸੀਨ ਮਹਾਤਮਾ ਸਾਨੂੰ ਸਨਾਤਨ ਮਤ ਵੱਲ ਨੂੰ ਖਿੱਚਦੇ ਨੇ। ਨਹੀਂ, ਭੁਲੇਖੇ ਵਿੱਚ ਹੈ ਤੂੰ। ਜੇ ਸਾਨੂੰ ਸਨਾਤਨ ਧਰਮ ਨਾਲ ਇਹਨਾਂ ਜੋੜਨਾ ਹੁੰਦਾ ਤੇ ਉਹ 200 ਸਾਲ ਦਾ ਜਿਹੜਾ ਸਮਾਂ ਸੀ, ਜਿਤਨੇ ਵੀ ਸ਼੍ਰੀ ਆਦਿ ਗੁਰੂ ਗ੍ਰੰਥ ਮਹਾਰਾਜ ਜੀ ਦੇ ਸਰੂਪ ਲਿਖੇ ਗਏ, ਉਦਾਸੀਆਂ ਲਿਖੇ, ਪੋਥੀਆਂ ਉਦਾਸੀਆਂ ਲਿਖੀਆਂ, ਗੁੜਕੇ ਸਾਹਿਬ ਉਦਾਸੀਆਂ ਲਿਖੇ। ਕਿੱਡੀ ਕੁ ਗੱਲ ਸੀ। ਸ਼ੁਰੂ ਦੇ ਵਿੱਚ ਗਾਇਤਰੀ ਮੰਤਰ ਲਿਖ ਦਿੰਦੇ, ਕੀ ਹੋਣਾ ਸੀ ਉਦੋਂ? ਪਰ ਤੂੰ ਸਮਝਿਆ ਨਹੀਂ। ਜੇ ਨਹੀਂ ਮਿਲਾਵਟ ਹੋਈ ਬਾਣੀ ਵਿੱਚ ਤੇ ਉਦਾਸੀਨ ਮਹਾਪੁਰਸ਼ਾਂ ਦੀ ਦੇਣ ਰਹੀ ਹੈ। ਇਹ ਥਾਪੜਾ ਰਿਹਾ ਹੈ ਬਾਬਾ ਸ਼੍ਰੀ ਚੰਦ ਦਾ। ਉਹਨਾਂ ਨੂੰ ਨਾਨਕ ਪੰਥ ਦਾ ਪ੍ਰਚਾਰ ਉਹਨਾਂ ਨੇ ਕੀਤਾ ਹੈ। ਕਦੇ ਅੰਮ੍ਰਿਤਸਰ ਜਾਂਦੇ ਹੋ ਨਾ, ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਰਾਵੀ ਦਰਿਆ ਤੋਂ ਹੰਸਲੀ ਜਿਹੜੀ ਬਣਵਾਈ ਸੀ, ਉਹ ਉਦਾਸੀਨ ਮਹਾਪੁਰਸ਼ ਬਾਬਾ ਬ੍ਰਹਮਦਾਸ ਹੋਣਾ ਹੀ ਬਣਾਈ ਸੀ।
ਇਹ ਵੱਡੀ ਸੇਵਾ ਹਰਮੰਦਰ ਸਾਹਿਬ ਦੀ ਵੀ ਉਹਨਾਂ ਹੀ ਕਰਵਾਈ। ਔਰ ਤੁਸੀਂ ਉਹ ਮਾਰਕੀਟ ਬਾਬਤ ਵੀ ਤੇ ਜਾਣਦੇ ਹੋ ਨਾ, ਬ੍ਰਹਮ ਬੂਟਾ ਮਾਰਕੀਟ ਹੈ ਜਿਹੜੀ, ਉਹ ਵੀ ਇਹਨਾਂ ਮਹਾਂਪੁਰਸ਼ਾਂ ਦੇ ਨਾਮ ਤੇ ਹੈ। ਖੈਰ ਲੱਖ ਕੋਈ ਨਿੰਦਾ ਕਰੇ, ਮੁੱਕਦੀ ਗੱਲ ਇਹ ਹੈ, ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੇ ਕੋਈ, ਅਖੁੱਟ ਨਾਮ ਧਨ ਹਰ ਤੋਟ ਨਾ ਹੋਈ, ਐਥੈ ਸਦਾ ਸੁਖ ਦਰ ਸ਼ੋਭਾ ਹੋਈ। ਚੌਵਾਂ ਜੁਗਾਂ 'ਚ ਹੀ ਗੁਰੂ ਦੀ ਸੇਵਾ ਕਰਨ ਵਾਲੇ ਸੇਵਾਦਾਰ ਰਹੇ ਨੇ। ਜਿਹੜਾ ਪੂਰਾ ਮਹਾਂਪੁਰਸ਼ ਗੁਰੂ ਦੇ ਦਰ ਦੀ ਸੇਵਾ ਕਰੇਗਾ, ਇੱਥੇ ਤੇ ਬੱਲੇ ਬੱਲੇ ਹੈ ਹੀ ਹੈ, ਪਰਲੋਕ ਵਿੱਚ ਵੀ ਉਹਦੀ ਸ਼ੋਭਾ ਹੈ ਔਰ ਸਦਾ ਰਹੇਗੀ। ਬੜੀਆਂ ਸੇਵਾਵਾਂ ਨੇ ਉਦਾਸੀਨ ਮਹਾਂਪੁਰਸ਼ਾਂ ਦੀਆਂ। ਕਈ ਕਹਿ ਦਿੰਦੇ ਹੁਕਮ ਅਦੂਲੀ ਕੀਤੀ, ਅਖੇ ਜੀ ਬਾਬੇ ਸੱਤੇ ਬਲਵੰਡ ਨੇ, ਭਾਈ ਗੁਰਦਾਸ ਜੀ ਨੇ ਇਹ ਬਚਨ ਲਿਖੇ, ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟਿਆ। ਇਹ ਬੋਲ ਬੋਲਦੇ ਨੇ। ਦੇਖੋ ਮੈਂ ਬਹੁਤਾ ਡੂੰਘਾਈ ਵਿੱਚ ਇੱਧਰ ਨੂੰ ਨਾ ਜਾਵਾਂ, ਆਪਾਂ ਕਈ ਸਮਾਗਮਾਂ ਤੇ ਇਹਦੀ ਵਿਆਖਿਆ ਕਰ ਚੁੱਕੇ ਹਾਂ। ਗੱਲ ਇਹ ਹੀ ਅਸਲ ਵਿੱਚ ਨਾਮਕਰਨ ਕਿਸੇ ਦਾ ਨਹੀਂ ਹੈ ਇੱਥੇ ਸ਼ਬਦ ਦੇ ਵਿੱਚ। ਰਹੀ ਗੱਲ ਪੁੱਤਰਾਂ ਦੇ ਕੌਲ ਨਾ ਪਾਲਣ ਵਾਲੀ ਗੱਲ, ਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤਾਈਂ ਤਿੰਨ ਗੁਰੂ ਸਹਿਬਾਨਾਂ ਦੇ ਜਿਹੜੇ ਫਰਜ਼ੰਦ ਹੋਏ ਨੇ, ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ। ਇਹ ਗੁਰੂ ਰਾਮਦਾਸ ਜੀ ਦੇ ਫਰਜ਼ੰਦ ਗੁਰੂ ਅਰਜਨ ਸਾਹਿਬ ਤੋਂ ਹੀ ਫਿਰ ਪਰਿਵਾਰ ਵਿੱਚ ਗੁਰਤਾ ਗੱਦੀ ਆਈ। ਔਰ ਅਕਾਲ ਪੁਰਖ ਵੱਲੋਂ ਮੁਕਰਰ ਹੈ ਸੇਵਾ। ਬਾਬਾ ਮੋਹਨ ਜੀ ਨੂੰ ਨਹੀਂ ਮਿਲੀ, ਬਾਬਾ ਮੋਹਰੀ ਜੀ ਨੂੰ ਨਹੀਂ ਮਿਲੀ, ਬਾਬਾ ਦਾਤੂ ਜੀ ਨੂੰ ਨਹੀਂ ਮਿਲੀ, ਬਾਬਾ ਦਾਸੂ ਜੀ ਨੂੰ ਨਹੀਂ ਮਿਲੀ। ਪਰ ਇਹ ਜਿਤਨੇ ਮਹਾਤਮਾ ਹੋਏ, ਇਹਨਾਂ ਗੁਰੂ ਘਰ ਨਾਲ ਸ਼ਰੀਕੇ ਬਾਜੀ ਨਹੀਂ ਕੀਤੀ, ਬਰਾਬਰ ਤੇ ਗੱਦੀ ਨਹੀਂ ਲਾਈ। ਕੁਝ ਗੁਰੂ ਘਰ ਦੇ ਵਿੱਚ ਐਸੇ ਸਾਹਿਬਜ਼ਾਦੇ ਆਏ, ਬਾਬਾ ਪ੍ਰਿਥੀ ਚੰਦ, ਬਾਬਾ ਰਾਮ ਰਾਏ ਜੀ, ਇਹਨਾਂ ਨੇ ਧੀਰਮਲ ਅਦਕ ਹੋਣਾ ਗੁਰਾਂ ਦੇ ਬਰਾਬਰ ਜਦੋਂ ਗੱਦੀ ਲਾ ਲਈ, ਮੰਜੀਆਂ ਢਾ ਲਈਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਖਾਲਸੇ ਨੂੰ ਇਹ ਸਮਝਾ ਦਿੱਤਾ ਵੀ ਚਮਕ ਚਾਹੇ ਹੀਰੇ ਵਾਲੀ ਹੈ, ਪਰ ਕੱਚ ਦੀ ਬਣਾ ਲਓ। ਰਾਮ ਰਾਈਆਂ ਨਾਲ ਨਹੀਂ ਵਰਤਣਾ, ਧੀਰ ਮੱਲੀਆਂ ਨਾਲ ਨਹੀਂ ਵਰਤਣਾ, ਪ੍ਰਿਥੀ ਚੰਦੀਆਂ ਨਾਲ, ਮੀਣਿਆਂ ਨਾਲ ਨਹੀਂ ਵਰਤਣਾ, ਨੜੀ ਮਾਰ ਤੇ ਕੁੜੀ ਮਾਰ ਨਾਲ ਨਹੀਂ ਵਰਤਣਾ। ਮੈਂ ਕਿਧਰੇ ਨਹੀਂ ਪੜਿਆ ਵੀ ਸ਼੍ਰੀ ਚੰਦੀਆਂ ਨਾਲ ਨਹੀਂ ਵਰਤਣਾ। ਸ਼ਾਹੀ ਤੇ ਮੁੱਕੀ ਨਹੀਂ ਸੀ ਨਾ ਬਾਪੂ ਗੁਰੂ ਗੋਬਿੰਦ ਸਿੰਘ ਕੋਲ, ਲਿਖਵਾ ਲੈਂਦੇ ਕਿਸੇ ਨਾ ਕਿਸੇ ਤੋਂ, ਨਹੀਂ ਲਿਖਵਾਇਆ। ਉਹਦਾ ਕਾਰਨ ਹੈ ਕਿਉਂਕਿ ਸ਼੍ਰੀ ਚੰਦੀਏ ਕਦੇ ਸ਼ਰੀਕ ਬਣੇ ਹੀ ਨਹੀਂ। ਉਹ ਜਾਣਦੇ ਨੇ ਗੁਰ ਨਾਲ ਤੁਲ ਨਾ ਲੱਗਈ, ਖੋਜ ਡਿੱਠਾ ਬ੍ਰਹਮੰਡ ਗੁਰੂ ਨਾਨਕ ਦੇ ਤਖਤ ਦੇ ਬਰਾਬਰ ਤਖਤ ਨਹੀਂ ਲਾਇਆ ਜਾ ਸਕਦਾ। ਕੋਈ ਗੁਰੂ ਦੇ ਕੰਪੈਰੇਟਿਵਲੀ ਨਹੀਂ ਹੈ। ਥਰੂ ਆਊਟ ਦਾ ਐਂਟਾਇਰ ਯੂਨੀਵਰਸ there is none compared to ਗੁਰੂ ਅਰਜਨ ਗੁਰੂ ਨਾਨਕ। ਸ਼੍ਰੀ ਚੰਦੀਆਂ ਦੀ ਇਹ ਭਾਵਨਾ ਰਹੀ ਹੈ। ਹੁਕਮ ਅਦੂਲੀ ਉਹਨਾਂ ਕਦੇ ਨਹੀਂ ਕੀਤੀ। ਜੇ ਬਾਬਾ ਸ਼੍ਰੀ ਚੰਦ ਦੀ ਬਾਣੀ ਵੱਲ ਲਾਓ, ਤੁਸੀਂ ਰੋਜ਼ ਪੜ੍ਹਦੇ ਹੋ ਆਰਤਾ ਸਾਹਿਬ, ਤੁਸੀਂ ਰੋਜ਼ ਗੁਰੂ ਨਾਨਕ ਸਹੰਸਰਨਾਮਾ ਪੜ੍ਹਦੇ ਹੋ। ਆਪਣੇ ਮੁਰਸ਼ਦ ਲਈ ਹੀ ਕਲਮ ਚੁੱਕ ਕੇ ਵਡਿਆਈ ਗਾਈ ਜਾਂਦੀ ਹੈ। ਜੇ ਬਾਪੂ ਗੁਰੂ ਨਾਨਕ ਨੇ ਘਰੋਂ ਕੱਢਿਆ ਹੁੰਦਾ ਬਾਬੇ ਸ਼੍ਰੀ ਚੰਦ ਨੂੰ, ਤੇ ਫਿਰ ਸ਼ਾਇਦ ਉਹਦਾ ਮੁਰਸ਼ਦ ਕੋਈ ਹੋਰ ਹੁੰਦਾ ਤੇ ਗੀਤ ਕਿਸੇ ਹੋਰ ਦੇ ਗਾਉਂਦਾ। ਪਰ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇ ਖੁਦਾਇਆ ਦੇ ਘਰ ਵਿੱਚ ਪ੍ਰਗਟ ਹੋਏ ਫਰਜ਼ੰਦ ਸਨ। ਗੁਰੂ ਨਾਨਕ ਨਾਲੋਂ ਵੱਡਾ ਉਹਨਾਂ ਦੀ ਨਜ਼ਰ ਵਿੱਚ ਕੋਈ ਹੈ ਹੀ ਨਹੀਂ ਸੀ। ਸਭ ਦੇਵੀ ਦੇਵਤੇ ਰਹਿਬਰਾਂ ਮਹਾਂਪੁਰਸ਼ਾਂ ਦਾ ਮੈਂ ਅਦਬ ਕਰਦਾ। ਬਾਬਾ ਸ਼੍ਰੀ ਚੰਦ ਨੂੰ ਲੋੜ ਨਹੀਂ ਕਿਸੇ ਨੂੰ ਧਿਆਉਣ ਦੀ, ਕਿਉਂਕਿ ਸਭ ਰਹਿਬਰਾਂ ਨਾਲੋਂ ਵੱਡੇ ਗੁਰੂ ਨਾਨਕ ਦੇ ਫਰਜ਼ੰਦ ਉਹ ਨੇ। ਆਪਣੇ ਤੋਂ ਵੱਡੇ ਨੂੰ ਹੀ ਗਾਉਣਗੇ। ਚੁੱਕ ਲਈ ਕਲਮ, ਕਹਿੰਦੇ ਆਰਤੀ ਕਰਦੇ ਉਹ ਦੇਵਤਿਆਂ ਦੀ ਲੋਕੋ, ਤੇ ਲੋਕ ਕਹਿੰਦੇ ਤੁਸੀਂ ਵੀ ਕਰ ਲਓ ਦੇਵਤਿਆਂ ਦੀ। ਕਹਿੰਦੇ ਨਹੀਂ, ਮੈਂ ਗੁਰੂ ਨਾਨਕ ਦੇ ਗੀਤ ਗਾਉਂਦਾ ਹਾਂ। ਪੁੱਛਿਆ ਜੀ ਆਰਤੀ ਕਰਦੇ ਹੋ? ਕਹਿੰਦੇ ਨਹੀਂ, ਉਹਦੀ ਅਜ਼ਮਤ ਇਤਨੀ ਬੁਲੰਦ ਹੈ, ਉਹਦਾ ਮਰਾਤਬਾ ਏਡਾ ਉੱਚਾ ਹੈ, ਉਹਦੀ ਆਰਤੀ ਨਹੀਂ, ਉਹਦਾ ਆਰਤਾ ਗਾਇਆ ਜਾਂਦਾ ਹੈ। ਗਲੂਏ ਦੇ ਬੋਲ ਸਨ ਆਰਤਾ ਕੀਜੈ ਨਾਨਕ ਸ਼ਾਹ ਪਾਤਸ਼ਾਹ ਕਾ, ਹਰ ਹਰ ਦੀਨ ਦੁਨੀਆ ਕੇ ਸ਼ਾਹਨ ਸ਼ਾਹ ਕਾ। ਗੁਰੂ ਨਾਨਕ ਦਾ ਤੇ ਆਰਤਾ ਹੀ ਹੁੰਦਾ ਹੈ। ਉਹਦਾ ਕਾਰਨ ਇਹ ਹੈ, ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰੂ ਨਾਨਕ ਨਾਨਕ ਹਰ ਸੋਏ। ਕਿਉਂਕਿ ਗੁਰੂ ਸਾਗਰ ਹੈ, ਗੁਰੂ ਨਾਨਕ ਅਕਾਲ ਪੁਰਖ ਦਾ ਸਰੂਪ ਹੈ।
ਆਰਤੀ ਲਈ ਪਦਾਰਥ ਥੋੜੇ ਬਹੁਤੇ ਤੁਸੀਂ ਇਕੱਠੇ ਕਰ ਲੈਂਦੇ ਹੋ, ਫੁੱਲ ਫਲ ਲੈ ਆਉਂਦੇ ਹੋ। ਗੁਰੂ ਨਾਨਕ ਦਾ ਆਰਤਾ ਤੇ ਸਮੁੱਚਾ ਬ੍ਰਹਿਮੰਡ ਕਰ ਰਿਹਾ ਹੈ, ਇਹ ਵਨਸਪਤੀ ਕਰ ਰਹੀ ਹੈ, ਇਹ ਹਵਾਵਾਂ ਚੌਰ ਕਰ ਰਹੀਆਂ ਨੇ ਉਸ ਨੂੰ, ਉਹਦਾ ਰੁਤਬਾ ਐਡਾ ਬੁਲੰਦ ਹੈ। ਇੱਕ ਵਿਸ਼ਨੂੰ ਜੀ ਦਾ ਪੁਜਾਰੀ ਆ ਗਿਆ, ਆਏ ਭਗਵਾਨ ਬਾਬਾ ਸ਼੍ਰੀ ਚੰਦਰ ਜੀ। ਵਿਸ਼ਨੂੰ ਸਹੰਸਰ ਨਾਮਾਂ ਵਿੱਚ 1008 ਨਾਮ ਨੇ ਵਿਸ਼ਨੂੰ ਜੀ ਮਹਾਰਾਜ ਦੇ। ਬਾਬਾ ਸ਼੍ਰੀ ਚੰਦ ਕਹਿੰਦੇ ਕਦੇ ਗੁਰੂ ਨਾਨਕ ਬਾਪੂ ਦੀ ਅਜ਼ਮਤ ਉਹਦੇ ਕਰਨ ਨਾਮ ਸੁਣਨੇ ਹੋਏ ਤੇ ਮੇਰੇ ਕੋਲ ਬਹਿ ਜਾਇਓ। ਲੈ ਲਈ ਕਲਮ, 100 ਤੋਂ ਉੱਪਰ ਸ਼ਲੋਕ ਪ੍ਰਗਟ ਕੀਤਾ, 1008 ਨਾਲੋਂ ਵੱਧ ਕੇ ਗੁਰੂ ਨਾਨਕ ਦੇ ਨਾਮ ਪ੍ਰਗਟ ਕੀਤੇ। ਔਰ ਇਹ ਦਰਸਾ ਦਿੱਤਾ ਸਾਨੂੰ, ਠੀਕ ਹੈ, ਵਿਸ਼ਨੂੰ ਸਹੰਸਰ ਨਾਮੇ ਵਿੱਚ ਵਿਸ਼ਨੂੰ ਜੀ ਦੀ ਅਜ਼ਮਤ ਬਿਆਨ ਕੀਤੀ ਹੈ। ਗੁਰੂ ਨਾਨਕ ਸਹੰਸਰ ਨਾਮਾ ਪੜ੍ਹ ਲਿਓ, ਤੁਹਾਨੂੰ ਸਮਝ ਲੱਗ ਜਾਵੇਗੀ ਗੁਰ ਕੀ ਮਹਿਮਾ ਕਿਆ ਕਹਾ। ਗੁਰ ਬਿਬੇਕ ਸਤ ਸਰ ਉਹ ਆਦ ਜੁਗਾਦੀ, ਜੁਗਾ ਹੈ ਜੁਗ ਪੂਰਾ। ਪਰਮੇਸ਼ਰ ਵਿਸ਼ਨੂੰ ਜੀ ਵਰਗੇ ਮਹਾਪੁਰਸ਼ਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੀ ਗੁਰੂ ਨਾਨਕ ਹੈ। ਔਰ ਗੁਰੂ ਨਾਨਕ ਤੋਂ ਵੱਧ ਕੇ ਕਿਸੇ ਦੀ ਵਡਿਆਈ ਨਹੀਂ ਹੈ ਦੁਨੀਆ ਤੇ। ਆਪਣੇ ਮੁਰਸ਼ਿਦ ਦੇ ਗੀਤ ਗਾਏ, ਜੈਸੇ ਗੀਤ ਤੂੰ ਕਿਧਰੇ ਗਾਉਣ ਦੀ ਸੋਚ ਵੀ ਨਹੀਂ ਸਕਦਾ, ਜਿੱਦਾਂ ਦੇ ਉਹਦੀ ਕਲਮ ਚੋਂ ਅਲਫਾਜ਼ ਨਿਕਲੇ, ਤੂੰ ਫਿਰ ਵੀ ਆਖੇ ਹੁਕਮਦੂਲੀ ਕਰਦਾ ਰਿਹਾ ਬਾਬਾ। ਬਾਬਾ ਸ਼੍ਰੀ ਚੰਦ ਦਾ ਰੋਮ ਰੋਮ ਗੁਰੂ ਨਾਨਕ ਦੀ ਵਡਿਆਈ ਵਿੱਚ ਭਿੱਜਾ ਸੀ। ਪਰਮੇਸ਼ਰ ਦਾ ਸਰੂਪ ਉਹਨਾਂ ਗੁਰੂ ਨਾਨਕ ਤੋਂ ਲਹਿਦਾ ਕਿਸੇ ਨੂੰ ਨਹੀਂ ਸਮਝਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਹ ਅਕੀਦਾ ਸੀ ਗੁਰੂ ਨਾਨਕ ਤੇ ਬਾਬਾ ਸ਼੍ਰੀ ਚੰਦ ਦਾ। ਔਰ ਕੁੱਖ ਕਿਹਦੀ ਚੋਂ ਪ੍ਰਗਟ ਹੋਏ ਨੇ? ਮਾਤਾ ਸੁਲੱਖਣੀ। ਗੁਰੂ ਨਾਨਕ ਦੇ ਘਰ ਵਿੱਚ ਆਗਾਜ਼ ਹੋਇਆ। ਉਹ ਗੁਰੂ ਨਾਨਕ ਜਦੋਂ ਤੁਹਾਡੇ ਮੇਰੇ ਵਰਗਿਆਂ ਨੂੰ ਸਿੱਧੇ ਰਸਤੇ ਪਾਉਣ ਗਿਆ ਨਾ, ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ। ਮਾਤਾ ਨਾਨਕੀ ਨੇ ਆਪਣੀ ਗੋਦ ਵਿੱਚ ਬਿਠਾ ਕੇ ਬਾਬਾ ਸ਼੍ਰੀ ਚੰਦ ਦੀ ਪਰਵਰਿਸ਼ ਕੀਤੀ ਹੈ, ਗੁਰਮਤਿ ਦਾ ਧਾਰਨੀ ਬਣਾਇਆ ਹੈ। ਔਰ ਇਹ ਉਹ ਨਦਰ ਸੀ ਮਾਤਾ ਨਾਨਕੀ ਦੀ, ਜਿਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਨੂੰ ਜਾਣਦਿਆਂ ਹੋਇਆਂ ਐਲਾਨ ਕਰ ਦਿੱਤਾ ਸੀ, ਲੋਕੋ ਤੁਸੀਂ ਕਹਿੰਦੇ ਹੋ 3 ਦਿਨ ਹੋ ਗਏ ਗੁਰੂ ਨਾਨਕ ਨੂੰ ਵੇਈ ਚ ਡੁੱਬਿਆ ਨਹੀਂ ਨਿਕਲੇਗਾ। ਗੁਰੂ ਨਾਨਕ ਡੁੱਬ ਨਹੀਂ ਸਕਦਾ, ਤੁਹਾਨੂੰ ਸਮਝ ਨਹੀਂ ਹੈ। ਉਹ ਡੁੱਬਣ ਨਹੀਂ ਆਇਆ, ਲੋਕਾਂ ਨੂੰ ਤਾਰਨ ਆਇਆ ਹੈ ਦੁਨੀਆ ਤੇ। ਉਹਦੀ ਨਜ਼ਰ ਭੁਲੇਖਾ ਖਾ ਗਈ, ਉਹਦੀ ਨਜ਼ਰ ਚੜਿਆ ਹੀ ਨਾ ਬਾਬਾ ਸ਼੍ਰੀ ਚੰਦ। ਕਦੇ ਥੋੜਾ ਜਿਹਾ ਡੂੰਘਾਈ ਵਿੱਚ ਜਾ ਕੇ ਸਮਝਿਆ ਕਰੋ, ਆਪਣਾ ਫਰਜ਼ੰਦ ਬਣਾ ਕੇ ਮਾਤਾ ਨਾਨਕੀ ਨੇ ਪਾਲਿਆ ਹੈ ਆਪਣੇ ਭਾਈ ਦੇ ਬੇਟੇ ਨੂੰ। ਇੱਕ ਉੱਠ ਪੈਂਦਾ ਆਖੇ ਜੀ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨਲਾਇਕ ਨਿਕਲੇ। ਮੈਂ ਹੈਰਾਨ ਹੁੰਨਾ ਵੀ ਰੱਬ ਦੀ ਅੰਸ਼ ਨੇ ਉਹ। ਆਖੇ ਨਲਾਇਕ ਨੇ ਗੁਰੂ ਨਾਨਕ ਦੇ ਫਰਜ਼ੰਦ। ਅੱਛਾ, ਤੇਰੇ ਵਾਲਿਆਂ ਨੇ ਤੇ ਬੜੇ ਮਾਰ ਕੇ ਮਾਰੇ ਨੇ, ਨਾ ਕੋਈ ਚੌਂਕੜਾ, ਨਾ ਕੋਈ ਬੰਦਗੀ, ਨਾ ਕੋਈ ਇਬਾਦਤ। ਸਹਿਜ ਸਮਾਧ ਤੇ ਵੱਡੀ ਉਡਾਰੀ ਹੈ, ਕਿੱਥੋਂ ਇਹ ਪਹੁੰਚੇਗਾ? ਮੁੱਕਦੀ ਗੱਲ ਇਹ ਹੈ, ਸਿੱਖਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ। ਨਾਮ ਬਿਵਹਾਰਾ ਨਾਨਕ ਆਧਾਰਾ, ਨਾਮ ਪ੍ਰਾਪਤ ਲਾਹਾ। ਜਨ ਕੋ ਨਾਮ ਵਡਾਈ ਸੋਭ, ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋਗ। ਅਸਲ ਵਿੱਚ ਸ਼ਾਹੂਕਾਰ ਯੋ ਹੈ, ਵੱਡੇ ਰੁਤਬੇ ਦਾ ਮਾਲਕ ਮਹਾਤਮਾ ਹੀ ਉਹ ਹੈ ਜਿਹਦੇ ਕੋਲ ਚੌਂਕੜਾ ਤੇ ਨਾਮ ਹੈ। ਨਾਮ ਕਰਕੇ ਹੀ ਬਾਬਾ ਸ਼੍ਰੀ ਚੰਦ ਦੀ ਸੋਭਾ ਹੈ, ਨਾਮ ਕਰਕੇ ਹੀ ਉਹ ਗਤ ਤੇ ਪਤ ਬਖਸ਼ਦੇ ਨੇ। ਉਹਨਾਂ ਦਾ ਨਾਮ ਦੁਨੀਆ ਤੇ ਅਟਲ ਹੈ। ਜਿਹੜਾ ਕਦਮ ਬੋਸੀ ਕਰੇਗਾ ਮਾਨੈ ਜੋ ਜੋ ਹੋਗ, ਉਹਨਾਂ ਦੇ ਗਲੂਏ ਚੋਂ ਨਿਕਲਿਆ ਬੋਲ। ਗੁਰੂ ਨਾਨਕ ਉਸ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਜੋ ਵੀ ਬਾਬਾ ਸ਼੍ਰੀ ਚੰਦ ਦੇ ਦਰ ਤੇ ਆ ਕੇ ਮੰਗੋਗੇ, ਗੁਰੂ ਨਾਨਕ ਦੀ ਬਖਸ਼ਿਸ਼ ਹੋਵੇਗੀ। ਝੋਲੀ ਸਖਣੀ ਨਹੀਂ ਰਵੇਗੀ, ਭਾਂਡਾ ਭਰਿਆ ਹੀ ਰਵੇਗਾ। ਗੁਰੂ ਦੀ ਵੰਸ਼, ਗੁਰੂ ਕਾ ਸਪੂਤ, ਗੁਰੂ ਕਾ ਫਰਜ਼ੰਦ ਉਹਦੇ ਅੱਗੇ ਸਜਦਾ ਹੈ, ਗੁਰੂ ਅੰਸ਼ ਕਰਕੇ। ਔਰ ਦੂਸਰਾ, ਸਾਰੇ ਸਾਧੂਆਂ ਰਹਿਬਰਾਂ ਮਹਾਂਪੁਰਸ਼ਾਂ ਦਾ ਆਪਾਂ ਅਦਬ ਕਰਦੇ ਹਾਂ, ਪਰ ਖਿਆਲ ਰੱਖਿਓ ਗੁਰੂ ਪਾਤਸ਼ਾਹੀਆਂ ਤੋਂ ਬਾਅਦ ਸਭ ਤੋਂ ਉੱਚਾ ਰੁਤਬਾ ਬਾਬਾ ਸ਼੍ਰੀ ਚੰਦ ਜੀ ਦਾ ਹੈ। ਗੁਰਾਂ ਦੇ ਵਿੱਚ ਅਭੇਦ ਪੁਰਸ਼ ਸਨ। ਮੈਂ ਇਹ ਬਚਨ ਕਹਿ ਕੇ ਫਿਰ ਸਮਾਪਤੀ ਵੱਲ ਵਧਾਂ। ਇਹ ਪੰਕਤੀਆਂ ਕਦੇ ਨਾ ਵਿਸਾਰਿਓ।
ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰ ਜਣਿਆ ਮਾਏ ਗੁਰੂ ਕੇ ਫਰਜ਼ੰਦ ਸਨ। ਕਦੇ ਵੀ ਇਹ ਨਾ ਯਤਨ ਕਰਿਓ ਵੀ ਇਹ ਗੁਰੂ ਨਾਨਕ ਦੇ ਬਗੀਚੇ ਵਿੱਚ ਇੱਕ ਤਰ੍ਹਾਂ ਦੇ ਹੀ ਫੁੱਲ ਰਹਿਣਗੇ। ਸਿਆਣੇ ਮਹਾਂਪੁਰਸ਼ ਨਾ ਇੱਕ ਬਚਨ ਕਿਹਾ ਕਰਦੇ ਨੇ, ਉਹ ਕਹਿੰਦੇ ਇਹਨਾਂ ਫੁੱਲਾਂ ਦਾ ਇੱਕ ਰੰਗ ਨਹੀਂ ਹੋ ਸਕਦਾ। ਉਹ ਕਿਹੜੇ ਫੁੱਲ ਨੇ ਗੁਰੂ ਨਾਨਕ ਦੇ ਬਗੀਚੇ ਦੇ? ਟਕਸਾਲ ਵਾਲੇ, ਨਿਹੰਗ ਸਿੰਘ, ਉਦਾਸੀ, ਨਿਰਮਲੇ, ਸੇਵਾ ਪੰਥੀ, ਨਾਨਕਸਰ, ਰਾੜਾ ਸਾਹਿਬ, ਜਿਤਨੇ ਵੀ ਸੰਪਰਦਾਈ ਮਹਾਂਪੁਰਸ਼ ਮਹਾਤਮਾ ਸਿੱਖ ਨੇ, ਇਹ ਰੰਗ ਇੱਕ ਨਹੀਂ ਹੋਣਾ। ਤੁਸੀਂ ਕਦੇ ਫਲ ਛਕੋ, ਜੜ ਇੱਕ ਹੋਵੇਗੀ, ਫਲਾਂ ਦੇ ਰੰਗ ਤੇ ਆਕਾਰ ਵਿੱਚ ਫਰਕ ਹੋਵੇਗਾ, ਫੁੱਲਾਂ ਦੇ ਰੰਗ ਤੇ ਆਕਾਰ ਵਿੱਚ ਫਰਕ ਹੋਵੇਗਾ। ਇਹ ਵੱਖ ਵੱਖ ਫਲ ਤੇ ਫੁੱਲ ਨੇ ਸਿਖਾ, ਇਹਨਾਂ ਨੂੰ ਇਕੱਠਿਆਂ ਕਰਕੇ ਗੁਲਦਸਤਾ ਤੇ ਬਣਾਇਆ ਜਾ ਸਕਦਾ ਹੈ। ਇੱਕ ਰੰਗ ਨਹੀਂ ਕਦੇ ਵੀ ਗੁਲਦਸਤੇ ਵਿੱਚ ਹੁੰਦਾ। ਤੇ ਸੋਭਾ ਬਹੁਤੇ ਰੰਗਾਂ ਕਰਕੇ ਹੀ ਹੈ ਗੁਰੂ ਨਾਨਕ ਦੇ ਘਰ ਦੀ। ਜਗਤ ਗੁਰੂ ਤਾਂ ਹੀ ਅਖਵਾਉਂਦੇ ਨੇ, ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ। ਆਪਾਂ ਸਾਰੇ ਹੀ ਗੁਰੂ ਨਾਨਕ ਦੇ ਪੁੱਤ ਹਾਂ। ਆਓ ਗੁਰੂ ਨਾਨਕ ਦੇ ਪੰਥ ਨੂੰ ਪ੍ਰਫੁੱਲਤ ਕਰੀਏ। ਉਹਦੇ ਦਰ ਤੇ ਜਿਹੜਾ ਵੀ ਆਵੇਗਾ ਉਹ ਮੁਕਤ ਹੈ। ਚਾਰ ਵਰਨ ਚਾਰ ਆਸ਼ਰਮ ਹੈ, ਕੋਈ ਮਿਲੇ ਗੁਰੂ ਗੁਰੂ ਨਾਨਕ, ਸੋ ਆਪ ਤਰੈ ਕੁਲ ਸਗਲ ਤਰਾਦੋ। ਗੁਰੂ ਨਾਨਕ ਦੇ ਪੰਥ ਨੂੰ ਮਿਟਾਉਣ ਦਾ ਯਤਨ ਛੱਡ ਦਿਓ। ਇੱਥੇ ਕਈ ਆਏ ਇਸ ਗੁਲਦਸਤੇ ਚੋਂ ਫੁੱਲਾਂ ਨੂੰ ਖਾੜ ਕੇ ਸੁੱਟਣ ਵਾਲੇ, ਉਹ ਆਪ ਪੁੱਟੇ ਗਏ, ਪਰ ਪੰਥ ਇਦਾਂ ਹੀ ਪ੍ਰਫੁੱਲਤ ਰਿਹਾ ਹੈ। ਇਹ ਸਿੱਖੀ ਨੂੰ ਰਲ ਮਿਲ ਕੇ ਪ੍ਰਫੁੱਲਤ ਆਪਾਂ ਕਰ ਸਕਦੇ ਹਾਂ। ਇਹ ਉਪਰਾਲਾ ਹਰ ਸੰਪਰਦਾਇ ਕਰ ਰਹੀ ਹੈ। ਸੰਤ ਬਾਬਾ ਗੁਰਵਿੰਦਰ ਸਿੰਘ ਜੀ ਇਹ ਸਮੂਹ ਸੰਪਰਦਾਵਾਂ ਨੂੰ ਇਕੱਠਿਆਂ ਕਰਕੇ ਮਹਾਨ ਗੁਰਮਤਿ ਸਮਾਗਮ ਇੱਥੇ ਕਰਵਾਉਂਦੇ ਨੇ ਔਰ ਦਰਸਾਉਂਦੇ ਨੇ। ਇਹ ਸਭ ਰੰਗ ਬਿਰੰਗੇ ਫੁੱਲ ਗੁਰੂ ਨਾਨਕ ਦੇ ਬਗੀਚੇ ਦੇ ਨੇ। ਇਹਨਾਂ ਨਾਲ ਹੀ ਆ ਸਟੇਜ ਦਾ, ਆ ਸੰਗਤ ਦਾ, ਪੰਡਾਲ ਦਾ ਗੁਲਦਸਤਾ ਮਹਿਕਦਾ ਟਹਿਕਦਾ ਹੈ। ਆਓ ਗੁਰੂ ਨਾਨਕ ਦੀ ਫੁਲਵਾੜੀ ਪ੍ਰਫੁੱਲਤ ਰਵੇ, ਖੰਡੇ ਦੀ ਪੌਲ ਛਕੀਏ, ਗੁਰੂ ਵਾਲੇ ਬਣੀਏ, ਸਾਡਾ ਜੀਵਨ ਸਫਲਾ ਹੋਵੇ। ਜਿੱਥੇ ਸਰਬੱਤ ਸੰਗਤਾਂ, ਸਰਬੱਤ ਸੰਪਰਦਾਵਾਂ ਦੇ ਮਹਾਂਪੁਰਸ਼ ਹਾਜ਼ਰੀਨ ਨੇ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਵੀ ਦਾਸ ਹਾਜ਼ਰੀ ਲਵਾਉਂਦਾ ਹੈ। ਉੱਥੇ 20ਵੀਂ ਸਦੀ ਦੇ ਮਹਾਨ ਜਰਨੈਲ, ਸੰਤ ਸਿਪਾਹੀ, ਸ਼ਹਾਦਤ ਦੀ ਅਵਧੀ ਮੰਨਣ ਵਾਲੇ, ਬੜੀ ਬੁਲੰਦ ਹਸਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 14ਵੇਂ ਮੁਖੀ ਦਮਦਮੀ ਟਕਸਾਲ, ਉਹਨਾਂ ਦੇ ਫਰਜ਼ੰਦ ਬਾਬਾ ਜੀ ਦੇ ਪ੍ਰੇਮ ਭਰੇ ਸੱਦੇ ਤੇ ਪਹੁੰਚੇ ਨੇ ਭਾਈ ਈਸਰ ਸਿੰਘ ਜੀ ਹੁਣੀ। ਉਹਨਾਂ ਨੂੰ ਵੀ ਜੀ ਆਇਆ ਹੈ। ਦਾਸ ਇੱਥੇ ਹੀ ਵਾਣੀ ਨੂੰ ਵਿਸ਼ਰਾਮ ਦਿੰਦਾ ਹੈ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਆਪ ਜੀ ਨੂੰ ਉਦਾਸੀਨ ਸੰਪਰਦਾ ਬਾਬਤ ਜਾਣੂ ਕਰਵਾਇਆ। ਸਮੁੱਚੇ ਜਥੇ ਦਾ ਬਾਬਾ ਬੰਤਾ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਅਤੀ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਤਿੰਨਾਂ ਦਾ ਸਤਿਕਾਰਯੋਗ ਬਾਬਾ ਗੁਰਵਿੰਦਰ ਸਿੰਘ ਜੀ ਉਦਾਸੀਨ ਸੰਪਰਦਾ ਵੱਲੋਂ ਸਨਮਾਨ ਕਰਨਗੇ। ਇੱਕ ਵਾਰ ਫੇਰ ਉਹਨਾਂ ਨੂੰ ਜੀਓ ਆਇਆ। ਬੇਨਤੀ ਹੈ ਅਤੀ ਸਤਿਕਾਰਯੋਗ ਬੋਲੇ ਸੋ ਨਿਹਾਲ।